ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। याही कुल ते प्रगट होए, ताही कुल को नाम। पुन द्वादश गुरिंड को, मेरी है प्रणाम। परखण हित सीखी तब, सांग आरंभ्यो पूर। सोई साबत रह सकै, जिस पर करना तूर। क्यों बैठे तुम कौन हो, गौनो निज निज थाए। कायत मारो नाय कछु, तूरन निगसो ताए। परम सत्कारयोग हाजरीन साध संगत जी, इस पावन पवित्र सचखंड दरबार ਦੀ ਹਾਜ਼ਰੀ ਭਰਦੇ ਹੋਏ ਦਾਸ ਦੀ ਹਾਜ਼ਰੀ ਪ੍ਰਵਾਨ ਕਰਨ ਦੇ ਵਾਸਤੇ ਸਭ ਮਾਈ ਭਾਈ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਧੰਨ ਸ੍ਰੀ ਸਤਿਗੁਰੂ ਰਾਮ ਸਿੰਘ। ਆਪ ਵਡਭਾਗੇ ਹੋ ਜੋ ਕਿ ਦੂਰ ਨੇੜੇ ਤੋਂ ਆਪਣੀ ਸਾਰੀ ਦਿਹਾੜੀ ਦੀ ਥਕਾਵਟ ਦੀ ਨਾ ਪ੍ਰਵਾਹ ਕਰਦੇ ਹੋਏ ਗੁਰਸਿੱਖੀ ਜੀਵਨ ਦਾ ਪ੍ਰੇਮ ਤੇ ਪਿਆਰ ਦਾ ਸਬੂਤ ਦਿੰਦੇ ਹੋਏ ਇਸ ਸਮੇਂ ਨੂੰ, ਇਹਨਾਂ ਸਵਾਸਾਂ ਨੂੰ, ਇਸ ਸੰਸਾਰਿਕ ਜੀਵਨ ਯਾਤਰਾ ਨੂੰ, ਇਹਨਾਂ ਕਲਯੁਗ ਦੀਆਂ ਘੋਰ ਭਿਆਨਕ ਘੜੀਆਂ ਨੂੰ ਸਫਲ ਕਰਨ ਦੇ ਵਾਸਤੇ ਸਾਧ ਸੰਗਤ ਦੇ ਰੂਹ 'ਚ ਬੈਠ ਕੇ ਸਾਧ ਸੰਗਤ ਦੇ ਦਰਸ਼ਨ, ਨਾਮ ਸਿਮਰਨ ਦੀ ਪ੍ਰਾਪਤੀ, ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਇਹਨਾਂ ਮਨੁੱਖੀ ਮਨਾਂ ਨੂੰ ਗਿਆਨ ਦੀ ਪ੍ਰਾਪਤੀ ਕਰਕੇ ਸਫਲ ਹੋਣ ਦੇ ਵਾਸਤੇ ਗੁਰਬਾਣੀ, ਗੁਰੂ ਉਪਦੇਸ਼, ਗੁਰੂ ਇਤਿਹਾਸ ਤੇ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਆਪਾਂ ਆਪਣੇ ਪ੍ਰਕਰਨ ਨੂੰ ਭਗਤ ਰਵਿਦਾਸ ਜੀ ਤੇ ਉਪਦੇਸ਼ ਤੋਂ ਸ਼ੁਰੂ ਕਰਨੇ ਆ ਸਾਧ ਸੰਗਤ 'ਚ। ਮਿਲਤ ਪਿਆਰੋ ਪ੍ਰਾਨਨਾਥ, ਕਵਨ ਭਗਤ ਤੇ। ਸਵਾਲ ਹੈ ਸਾਧ ਸੰਗਤ 'ਚ, ਆਪਣੇ ਮਨ ਦੇ ਨਾਲ ਗੁਰੂ ਦੇ ਪਿਆਰਿਓ, ਜਦੋਂ ਵੀ ਸਾਧੂ ਸੰਤ ਮਹਾਤਮਾ ਝਗੜਾ ਕਰਨਗੇ ਆਪਣੇ ਮਨ ਨਾਲ ਕਰਨਗੇ, ਲੋਕਾਂ ਨਾਲ ਨਹੀਂ ਕਰਦੇ ਸਾਧ ਸੰਗਤ 'ਚ। ਇਹ ਸਾਧਾਂ ਦੀ ਨਿਸ਼ਾਨੀ ਹੈ ਗੁਰੂ ਦੇ ਪਿਆਰਿਓ, ਇਹ ਸੰਤ ਮਤ ਦੀ ਨਿਸ਼ਾਨੀ ਹੈ। ਉਹ ਆਪਣੇ ਮਨ ਨਾਲ ਝਗੜਾ ਕਰਦੇ ਨੇ, ਲੋਕਾਂ ਨਾਲ ਨਹੀਂ ਕਰਦੇ। ਕਹਿੰਦੇ ਨੇ ਇਹ ਸੰਸਾਰ ਦੇ ਲੋਕੋ, ਉਹ ਜਿਹੜਾ ਅਕਾਲ ਪੁਰਖ ਭਗਵਾਨ ਹੈ ਉਹ ਕਿਹੜੀ ਭਗਤੀ ਕੀਤੀ ਜੇ ਤੱਕ ਪ੍ਰਸੰਨ ਹੋਵੇ ਸਾਧ ਸੰਗਤ 'ਚ। ਭੱਬਾ, ਗੱਗਾ ਤੇ ਤੱਤਾ, ਇਹ ਤਿੰਨ ਸ਼ਬਦ ਨੇ ਸਾਧ ਸੰਗਤ 'ਚ, ਤਿੰਨ ਅੱਖਰ ਨੇ ਗੁਰੂ ਦੇ ਪਿਆਰਿਓ। ਇਹਨਾਂ ਤਿੰਨਾਂ ਅੱਖਰਾਂ ਦੇ ਵਿੱਚ ਭਗਵਾਨ ਭਰਿਆ ਸਾਧ ਸੰਗਤ 'ਚ। ਤਿੰਨਾਂ ਅੱਖਰਾਂ ਦੇ ਵਿੱਚ ਭੱਬਾ, ਨਿਰਾ ਭਗਤੀ ਕਰੀ ਜਾਣੀ ਤੇ ਭਗਵਾਨ ਦੀ ਪ੍ਰਾਪਤੀ ਕੋਈ ਨਹੀਂ ਸਾਧ ਸੰਗਤ ਜੀ। ਭਗਵਾਨ ਭਗਤੀ ਦੇ ਹੈ ਤੇ ਮੁਥਾਜ, ਪਰ ਇਹਦੇ ਮੁਥਾਜ ਨਹੀਂ ਹੋ ਸਾਧ ਸੰਗਤ 'ਚ। ਧਿਆਨ ਦੇਣਾ ਮੇਰੀ ਬੇਨਤੀ ਦਾ ਗੁਰੂ ਦੇ ਪਿਆਰਿਓ। ਤੁਸੀਂ ਪੜ੍ਹਦੇ ਹੋ, ਸੁਣਦੇ ਹੋ, ਕਹਿੰਦੇ ਨੇ ਵੇਣ ਗੁਣ ਕੀਤੇ ਭਗਤ ਨਾ ਹੋਏ। ਮਾਲਾ ਫੇਰੀ ਜਾਈਏ, ਭਗਵਾਨ ਦਾ ਨਾਮ ਜਪੀ ਜਾਈਏ ਤੇ ਜੋ ਮਰਜ਼ੀ ਕਰੀ ਜਾਈਏ ਸਾਧ ਸੰਗਤ 'ਚ, ਭਗਵਾਨ ਪ੍ਰਸੰਨ ਹੋ ਜਾਏਗਾ ਵੀ ਮੇਰੀ ਬੜੀ ਭਗਤੀ ਕਰਦਾ ਪਿਆ ਜੀ। ਇਹ ਗੁਣ ਲੈਣੇ ਨੇ ਸਾਧ ਸੰਗਤ 'ਚ, ਗੁਣ ਗ੍ਰਹਿਣ ਕਰਨਾ ਗੁਰੂ ਦੇ ਪਿਆਰੇ। ਥੋੜ੍ਹਾ ਥੋੜ੍ਹਾ ਗੱਲ ਕਰਾਂਗਾ, ਫਿਰ ਇੱਥੇ ਆਪਾਂ ਇੱਥੇ ਖਲੋਤੇ ਰਵਾਂਗੇ ਫਿਰ ਸਾਧ ਸੰਗਤ 'ਚ। ਭੱਬਾ ਸਾਧੂ ਸੰਤ ਮਹਾਤਮਾ, ਸ਼ਾਸਤਰ, ਵੇਦ ਤੇ ਗੁਰੂ ਪੀਰ ਦਾ ਭੈ ਰੱਖਣਾ ਮਨ 'ਚ ਗੁਰੂ ਦੇ ਪਿਆਰੇ। ਇਹ ਭੱਬਾ ਅਖਰ ਮੁਖਾਤਬ ਕਰਦਾ ਪਿਆ, ਭੈ ਰੱਖੋ। ਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਭੈ ਵਿੱਚ ਬੈਸੈ ਭੈ ਰਹੈ, ਭੈ ਵਿੱਚ ਕਮਾਵੈ ਕਾਰ, ਐਥੈ ਸੁਖ ਵਡਿਆਈਆਂ ਤੇ ਦਰਗਾ ਮੋਖ ਦੁਆਰ। ਸਾਧ ਸੰਗਤ 'ਚ ਭੈ ਸ਼ਬਦ ਐਸੀ ਗੁਰੂ ਦੇ ਪਿਆਰਿਓ। ਇਹਦੇ ਨਾਲ ਦੀ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਹੋਰ ਕਿਰਪਾ ਕਰਦੇ ਨੇ ਸਾਧ ਸੰਗਤ 'ਚ। ਉਹ ਕੀ ਕਿਰਪਾ ਕਰਦੇ? ਕਹਿੰਦੇ ਨੇ ਭੈ ਵਿਣ ਜੀਵੈ ਬਹੁਤ ਬਹੁਤ, ਖੁਸ਼ੀਆਂ ਖੁਸ਼ੀ ਕਮਾਏ, ਤੇ ਨਾਨਕ ਭੈ ਵਿਣ ਜੇ ਮਰੈ ਮੂੰਹ ਕਾਲਾ ਉੱਠ ਜਾਏ। ਸਾਧ ਸੰਗਤ 'ਚ ਜਿਨ੍ਹਾਂ ਮਨੁੱਖਾਂ ਦੇ ਮਨਾਂ ਦੇ ਵਿੱਚ ਕਿਸੇ ਸਾਧੂ ਦਾ, ਸੰਤ ਦਾ, ਗੁਰੂ ਪੀਰ ਦਾ, ਸ਼ਾਸਤਰ ਵੇਦ ਦਾ ਭੈ ਨਹੀਂ, ਤੇ ਕਹਿੰਦੇ ਨੇ ਬੜੀਆਂ ਖੁਸ਼ੀਆਂ ਕਰਦਾ ਪਿਆ ਸਾਧ ਸੰਗਤ 'ਚ, ਬੜੀਆਂ ਖੁਸ਼ੀਆਂ ਕਰਦਾ ਪਿਆ, ਬੜਾ ਚਿਰ ਜਿਉਂਦਾ ਪਿਆ, ਪਰ ਮਨ 'ਚ ਭੈ ਨਹੀਂ, ਮੂੰਹ ਕਾਲਾ ਉੱਠ ਜਾਏ। ਸਾਧ ਸੰਗਤ 'ਚ
ਜਿਹਦਾ ਮੂੰਹ ਕਾਲਾ ਹੋਵੇਗਾ ਗੁਰੂ ਦੇ ਪਿਆਰਿਓ। ਸੰਸਾਰ ਦੇ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਹੈ ਜਿਹਨੂੰ ਪਾਪ ਆਂਦੇ ਨੇ ਸਾਧ ਸੰਗਤ 'ਚ, ਜਿਹਦੇ ਕਰਕੇ ਇਹ ਇਨਸਾਨ ਦਾ ਜਨਮ ਤੇ ਮਰਨ ਦਾ ਚੱਕਰ ਬਣ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ ਬੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਜੋ। ਸਵਰਗ ਤੇ ਨਰਕ ਦਾ ਬੀਜ ਕੀ ਹੈ ਸਾਧ ਸੰਗਤ 'ਚ? ਅੱਜ ਤਾਂ ਤੁਸੀਂ ਬੀਜ ਬੀਜਦੇ ਹੋ ਨਾ ਧਰਤੀ ਤੇ, ਫਲਾਂ ਦੇ ਬੀਜ ਨੇ, ਅਨਾਜ ਦੇ ਬੀਜ ਨੇ, ਸਬਜ਼ੀਆਂ ਦੇ ਬੀਜ ਨੇ, ਦਾਲਾਂ ਦੇ ਬੀਜ ਨੇ, ਕਈ ਤਰ੍ਹਾਂ ਦੇ ਬੀਜ ਨੇ। ਸਵਰਗ ਤੇ ਨਰਕ ਦਾ ਬੀਜ ਕਿਹੜਾ ਹੈ? ਪੁੰਨ ਤੇ ਪਾਪ ਸਾਧ ਸੰਗਤ 'ਚ। ਪਾਪ ਨਰਕ ਦਾ ਬੀਜ ਹੈ, ਪੁੰਨ ਸਵਰਗ ਦਾ ਬੀਜ ਹੈ ਸਾਧ ਸੰਗਤ 'ਚ। ਕਹਿੰਦੇ ਨੇ ਬੇਦ ਪੁਕਾਰੈ ਪੁੰਨ ਪਾਪ ਸੁਰਗ ਨਰਕ ਕਾ ਬੀਜੋ, ਜੋ ਬੀਜੈ ਸੋ ਉਗਵੈ, ਜੋ ਬੀਜੈ ਸੋ ਉਗਵੈ ਸਾਧ ਸੰਗਤ 'ਚ। ਜਿਸ ਤਰ੍ਹਾਂ ਦਾ ਬੀਜ ਲਓਗੇ ਉਸ ਤਰ੍ਹਾਂ ਦਾ ਉਗ ਪੈਣਾ ਸਾਧ ਸੰਗਤ 'ਚ। ਖਾਂਦਾ ਜਾਣਾ ਜੀਓ, ਉਹ ਫਿਰ ਜੀ ਨੇ ਖਾਣਾ ਸਾਧ ਸੰਗਤ 'ਚ, ਉਹ ਜੀ ਦੇ ਅੱਗੇ ਆਉਣਾ ਗੁਰੂ ਦੇ ਪਿਆਰਿਓ। ਇਸ ਵਾਸਤੇ ਭੱਬਾ ਪਰਮੇਸ਼ਰ ਦਾ ਭੈ ਰੱਖਣਾ ਸਾਧ ਸੰਗਤ, ਸਤਿਗੁਰ ਦਾ ਭੈ ਰੱਖਣਾ ਗੁਰੂ ਦੇ ਪਿਆਰਿਓ। ਗੱਗਾ ਗਿਆਨ ਦੀ ਪ੍ਰਾਪਤੀ ਹੋਣੀ ਸਾਧ ਸੰਗਤ 'ਚ, ਗਿਆਨ ਦੀ ਪ੍ਰਾਪਤੀ ਕਰਨੀ। ਅੱਜ ਦੇ ਵਾਸਤੇ ਤੁਸੀਂ ਉਦਮ ਕਰਦੇ ਹੋ ਪਏ ਸਾਧ ਸੰਗਤ 'ਚ। ਸਾਧ ਸੰਗਤ ਦੇ ਵਿੱਚ ਬੈਠ ਕੇ ਸਾਧ ਸੰਗਤ ਦੇ ਦਰਸ਼ਨ, ਸਤਿਗੁਰੂ ਦਾ ਜਸ ਇਹ ਸਰਵਣ ਕਰਦੇ ਹੋ ਪਏ। ਇਹ ਗਿਆਨ ਪ੍ਰਾਪਤੀ ਕਰਨਾ ਹੈ, ਕਿਉਂਕਿ ਤੁਰਕ ਤਰੀਕਤ ਜਾਨੀਏ ਹਿੰਦੂ ਵੇਦ ਪੁਰਾਣ ਮਨ ਸਮਝਾਵਣ ਕਾਰਨ ਕਸ਼ੋਕ ਪੜ੍ਹੀ ਹੈ ਗਿਆਨ ਸਾਧ ਸੰਗਤ 'ਚ। ਬਹੁਤ ਜ਼ਰੂਰੀ ਹੈ ਗੁਰੂ ਦੇ ਪਿਆਰਿਓ, ਬਹੁਤ ਜ਼ਰੂਰੀ ਹੈ ਸਾਧ ਸੰਗਤ 'ਚ। जैसे एक स्वांगी कहूँ जोगी बैरागी बने, कबहूँ संन्यास भेष बन के दिखावी। कहूँ पौनहारी कहूँ बैठे लाए तारी, कहूँ लोभ की खुमारी सो अनेक गुण गावही। कहूँ ब्रह्मचारी कहूँ हाथ पैर लगावे बारी, कहूँ दंड धारी होगा लोगन प्रमावी। कामना अधीन पर है नाचत है नाचन से, ज्ञान के बहीन कैसे ब्रह्म लोक पावी। साध संगत गुरु गोबिंद सिंह सच्चे पातशाह कहते हैं साध संगत एक तस्वीर खिंच देने पे। कैसी तस्वीर है? कहते एक स्वांगी पुरुष है। किस तरह का स्वांगी पुरुष है? जे तो कोई वेख लेंदा ना जोगी तो कहता बड़ा पंथ वधिया, वो धारण कर लेंदा साध संगत 'ਚ। जे वेखदा ना कोई सन्यासी उन्हें धारण कर लेंदा, जे वेखदा ना कोई बैरागी है तो उन्हें धारण कर लेंदा साध संगत 'ਚ। ते कहते ने बस उस नीले पीले चिट्टे किस उन्होंने रंगां नूं ग्रहण कर लेंदा साध संगत 'ਚ। कहूँ पौनहारी कहूँ बैठे लाए तारी, कहूँ कदे जी संतां ने हुण अन्न छड्ड दित्ता जी, हुण पौनहारी हो गए ने जी, हुण संत दूधाधारी हो गए ने जी, हुण अन्न नहीं छकदे जी, हुण संत फल नहीं छकदे जी। बड़ा कुछ संसार ते हुंदा जे गुरु दे प्यारे पिया, बहुत संसार ते करदा मनुख पिया। हुण जी संत ना एक जगह बैठ के ताप करनगे, इत्थे हुण 40 कट्टणगे संत जी, बड़ा हुंदा जी। कहूँ पौनहारी कहूँ बैठे लाए तारी, कहूँ लोभ की खुमारी सो अनेक गुण गावही। अंदर लोभ है ਤੇ ਸੰਸਾਰ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਕਲੋਲਾਂ ਕਰ ਕਰਕੇ ਵਿਖਾਉਂਦਾ ਪਿਆ ਸਾਧ ਸੰਗਤ 'ਚ, ਕਈ ਤਰ੍ਹਾਂ ਦੇ ਗੁਰੂ ਦੇ ਪਿਆਰੇ। ਕਹੂੰ ਬ੍ਰਹਮਚਾਰੀ कहूँ हाथ पैर लगावे बारी, कहूँ दंड धारी होएगा लोगन प्रमावी। बड़े बड़े आसन कर कर लोगों को विखांदा साध संगत 'ਚ, बहुत कुछ करता गुरु दे प्यारे। कहते ने कहूँ दंड धारी कहूँ लोग, कहूँ ब्रह्मचारी कहूँ हाथ पैर लगावे बारी, कहूँ दंड धारी लोगन पर कामना दीन पर है नाचत है नाचन से। अंदर कामना कादी है? मेरी पूजा प्रतिष्ठा होवे संसार ते, मेरी मानता होवे संसार ते। तो कहते ने ज्ञान की प्राप्ति नहीं करता तो ब्रह्म लोक की किस तरह प्राप्ति हो जाएगी साध संगत 'ਚ? ज्ञान की प्राप्ति नहीं करता। आ नीलियां कालियां चिट्टियां पीलियां दे विच जोगी जति तपी सन्यासियां दे विच ते पिया फिरदा पिया, डंड कई तरह के कलोला कर कर विखांदा पिया, पर ज्ञान की प्राप्ति नहीं करता पिया। कदे भगवान की प्राप्ति नहीं होगी साध संगत 'ਚ। दान से हथ सोभत है कंगन से नहीं, ये हथ कदों सुभाएमान ने? जदों साध संगत गुरु घर की सेवा करोगे। इन्हां जेवरां नूं कोई गुरु घर मानता दिंदा पिया साध संगत 'ਚ। जे आखो ना पिया सोने दियां मुंदरियां दे पाण दे नाल, ये कड़े पाण दे नाल, ये सिर्फ मड़ियां ताकी ने साध संगत 'ਚ। ये शमशान भूमि ताकी ने गुरु दे प्यारे, अगे नहीं जाने साध संगत 'ਚ, विखावा है गुरु दे प्यारे। इस वास्ते दान से सोभत है कंगन से नहीं, इन्हें 16 के जीवरां ने नहीं गल बननी साध संगत 'ਚ। कहते ने आदर से प्रसन्नता मिलती है खाने से नहीं। जे आदर है 36 प्रकार के पदार्थ ट्यूड़ियां पा के मिलते हैं, किसी भी काम नहीं साध संगत 'ਚ। तो जे रुखा मिस्सा प्रसादा मिलता तो मिलता सत्कार नाल पिया 36 प्रकार के पदार्थों के बराबर है। कहते ने आदर से प्रसन्नता मिलती है खाने से नहीं, ज्ञान से मुक्त होती है भेख धारने से नहीं। जिन्ना चिर ज्ञान की प्राप्ति नहीं करता इस भेख ना मुक्ति नहीं मिलनी गुरु दे प्यारे। बहुत ध्यान देना इन्हां गल्लां दे। शास्त्र दा मत है साध संगत 'ਚ। महात्मा वशिष्ठ जी अपना विचार देंदे ने योग वशिष्ठ ग्रंथ दे विच।
ਮਹਾਤਮਾ ਵਸ਼ਿਸ਼ਟ ਜੀ ਕਹਿੰਦੇ ਨੇ ਇਸ ਇਨਸਾਨ ਨੂੰ ਸਾਰਿਆਂ ਤੋਂ ਪਹਿਲਾਂ ਕਰਮ ਕਰਨਾ ਪੈਂਦਾ ਹੈ। ਆਹ ਤੁਸੀਂ ਕਰਦੇ ਹੋ ਪਏ ਸਾਧ ਸੰਗਤ 'ਚ, ਆਪਣੇ ਘਰ ਦੇ ਕੰਮ ਛੱਡੇ ਨੇ, ਸਫ਼ਰ ਕਰਕੇ ਆਏ ਹੋ, ਇਹ ਕਰਮ ਕਰਨਾ ਹੈ। ਇਹ ਕਰਮ ਕਰਨਾ ਕੀ ਹੋਵੇਗਾ? ਅੰਤਸ਼ਕਰਨ ਸ਼ੁੱਧ ਹੋਵੇਗਾ ਸਾਧ ਸੰਗਤ 'ਚ। ਕਿਸੇ ਭਗਤੀ ਮਾਰਗ ਦਾ ਬਚਨ ਸਰਵਣ ਕਰੋਗੇ, ਆਪਣੇ 'ਚ ਉਤਸ਼ਾਹ ਪੈਦਾ ਕਰੋਗੇ, ਆਪਾਂ ਵੀ ਭਗਤੀ ਕਰੀਏ। ਕਿਸੇ ਦਾਨੀ ਪੁਰਸ਼ ਦੀ ਵਾਰਤਾ ਸਰਵਣ ਕਰੋਗੇ, ਤੁਹਾਡੇ 'ਚ ਉਤਸ਼ਾਹ ਪੈਦਾ ਹੋਵੇ, ਅਸੀਂ ਵੀ ਦਾਨ ਕਰੀਏ। ਕਿਸੇ ਸੂਰਮੇ ਦੀ ਵਾਰਤਾ ਸਰਵਣ ਕਰੋਗੇ, ਆਪਣੇ 'ਚ ਉਤਸ਼ਾਹ ਪੈਦਾ ਹੋਵੇ, ਅਸੀਂ ਸੂਰਮੇ ਬਣੀਏ ਸਾਧ ਸੰਗਤ 'ਚ। ਇਹ ਕਰਮ ਕਰਨਾ ਗੁਰੂ ਦੇ ਪਿਆਰਿਓ। ਇਹਦੇ ਕਰਨਾ ਕੀ ਹੋਵੇਗਾ? ਅੰਤਸ਼ਕਰਨ ਸ਼ੁੱਧ ਹੋਵੇਗਾ। ਅੰਤਸ਼ਕਰਨ ਸ਼ੁੱਧ ਹੋਣਾ ਕੀ ਹੋਵੇਗਾ? ਗਿਆਨ ਦੀ ਪ੍ਰਾਪਤੀ ਹੋਵੇਗੀ। ਗਿਆਨ ਦੀ ਪ੍ਰਾਪਤੀ ਹੋਵੇਗੀ। ਬੜੇ ਬੜੇ ਬੰਦੇ ਨੇ ਸੰਸਾਰ 'ਤੇ, ਮੈਂ ਬੜਾ ਅਮੀਰ ਹਾਂ, ਮੈਂ ਬੜਾ ਰਾਗੀ ਹਾਂ, ਮੈਂ ਬੜਾ ਢਾਡੀ ਹਾਂ, ਮੈਂ ਬੜਾ ਗੁਣੀ ਹਾਂ, ਮੈਂ ਬੜਾ ਪ੍ਰਚਾਰਕ ਹਾਂ, ਅਤੇ ਮੈਂ ਬੜਾ ਨਿਤਨੇਮ ਕਰਮਕਾਂਡ ਕਰਨ ਵਾਲਾ। ਪਰ ਮਹਾਤਮਾ ਵਸ਼ਿਸ਼ਟ ਜੀ ਕਹਿੰਦੇ ਨੇ ਕਰਮ ਕਰਨਾ ਸਾਰਿਆਂ ਵਾਸਤੇ ਜ਼ਰੂਰੀ ਹੈ ਸਾਧ ਸੰਗਤ 'ਚ। ਤੁਸੀਂ ਆਪਣੇ ਘਰਾਂ ਦੇ ਵਿੱਚ ਸੰਗਮਰਮਰ ਲਾਏ ਨੇ, ਚਿਪਸਾਂ ਪਾਈਆਂ ਨੇ, ਸਧਾਰਨ ਫਰਸ਼ ਨੇ ਜਾਂ ਸਧਾਰਨ ਧਰਤੀ ਹੈ, ਉੱਥੇ ਬਹੁਕਰ ਬਹਾਰ ਦੀ ਨਹੀਂ ਲੋੜ ਸਾਧ ਸੰਗਤ 'ਚ। ਜੇ ਭਾਵੇਂ ਤੁਸੀਂ ਸੰਗਮਰਮਰ ਲਾਏ ਨੇ, ਉੱਥੇ ਸਫਾਈ ਦੀ ਜ਼ਰੂਰਤ ਹੈ ਗੁਰੂ ਦੇ ਪਿਆਰਿਓ। ਇਸ ਵਾਸਤੇ ਭਾਵੇਂ ਕਿਤਨਾ ਵੀ ਬਣ ਚੁੱਕਾ ਹੈ, ਇਹ ਗਿਆਨ ਦੀ ਪ੍ਰਾਪਤੀ ਕਰਨ ਵਾਸਤੇ ਇਹਦਾ ਜ਼ਰੂਰੀ ਹੈ ਗਿਆਨ ਦੀ ਪ੍ਰਾਪਤੀ ਕਰਨੀ। ਸਾਹਿਬ ਭਗਵਾਨ ਦੀ ਪ੍ਰਾਪਤੀ ਵਾਸਤੇ ਗਿਆਨ ਦੀ ਪ੍ਰਾਪਤੀ ਕਰਨੀ ਜ਼ਰੂਰੀ ਹੈ। ਮਹਾਤਮਾ ਵਸ਼ਿਸ਼ਟ ਜੀ ਕਹਿੰਦੇ ਨੇ ਪਏ ਇਸ ਇਨਸਾਨ ਨੂੰ ਜਦੋਂ ਕਰਮ ਕਰੇਗਾ ਅੰਤਸ਼ਕਰਨ ਸ਼ੁੱਧ ਹੋਵੇਗਾ, ਅੰਤਸ਼ਕਰਨ ਸ਼ੁੱਧ ਹੋਣਾ ਗਿਆਨ ਦੀ ਪ੍ਰਾਪਤੀ ਹੋਵੇਗੀ, ਅਤੇ ਗਿਆਨ ਦੀ ਪ੍ਰਾਪਤੀ ਨਾਲ ਮੁਕਤੀ ਦੀ ਪ੍ਰਾਪਤੀ ਹੋਵੇਗੀ ਸਾਧ ਸੰਗਤ 'ਚ। ਸਾਰੇ 100 ਸਿਆਣੇ ਇੱਕੋ ਮੱਤ ਤੇ ਮੂਰਖ ਅੱਗੋਂ ਆਪੋ ਆਪਣੇ ਤੁਸੀਂ ਸਮਝ ਲਓ ਸਾਧ ਸੰਗਤ 'ਚ। ਸਾਰੇ ਇਕੱਠੇ ਹੋ ਗਏ ਗੁਰੂ ਦੇ ਪਿਆਰ। ਇਸ ਵਾਸਤੇ ਮਹਾਤਮਾ ਕਹਿੰਦੇ ਨੇ ਗੱਗਾ ਗਿਆਨ ਦੀ ਪ੍ਰਾਪਤੀ ਹੋਣੀ, ਤੇ ਤੱਤਾ ਤਰਕ ਬੁਰੇ ਕੰਮਾਂ ਦੀ ਤਰਕ ਕਰਨੀ ਸਾਧ ਸੰਗਤ 'ਚ। ਇਹ ਤੁਹਾਡੇ ਭਗਤ ਨੇ, ਇਹ ਤੁਹਾਡਾ ਭਗਤ ਬਣ ਗਿਆ ਸਾਧ ਸੰਗਤ 'ਚ। ਤੱਤਾ ਜਿਨ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਹੀ ਸਾਈਂ ਦਾ ਦਰਬਾਰ ਸਾਧ ਸੰਗਤ 'ਚ। ਇਹ ਤੱਤਾ ਬੁਰੇ ਕੰਮਾਂ ਤੋਂ ਤਰਕ ਕਰੋ ਸਾਧ ਸੰਗਤ 'ਚ। ਬੜਾ ਜਪ ਤਪ ਕਰਮ ਕਾਂਡ ਕਰਨੇ ਪਏ। ਮੇਰਾ ਇਸ਼ਾਰਾ ਸਮਝੋ ਜੇ ਸਾਧ ਸੰਗਤ 'ਚ, ਇਸ਼ਾਰਾ ਕੀ ਮਰਜ਼ ਕਰਨਾ ਪਿਆ। ਬੜੇ ਸੰਸਾਰ ਤੇ ਮਨੁੱਖ ਜੇ ਸਾਰੀ ਉਮਰ ਮਾਲਾ ਫੇਰਦੇ ਰਹਿੰਦੇ ਨੇ, ਮਨ ਪਾਪੀ ਦੇ ਪਾਪੀ ਰਹਿੰਦੇ ਨੇ ਸਾਧ ਸੰਗਤ 'ਚ। ਦਾਨ ਪੁੰਨ ਕਰੀ ਜਾਂਦੇ ਨੇ, ਮਨ ਪਾਪੀ ਦੇ ਪਾਪੀ ਸਾਧ ਸੰਗਤ 'ਚ। ਗੁਰਬਾਣੀ ਦਾ ਪਾਠ ਕਥਾ ਕੀਰਤਨ ਕਰੀ ਜਾਂਦੇ ਨੇ, ਸੁਣੀ ਜਾਂਦੇ ਨੇ, ਮਨ ਪਾਪੀ ਦੇ ਪਾਪੀ ਸਾਧ ਸੰਗਤ 'ਚ। ਤੀਰਥ ਯਾਤਰਾ ਗੁਰ ਸਥਾਨਾਂ ਤੇ ਜਾਈ ਜਾਂਦੇ ਨੇ, ਮਨ ਪਾਪੀ ਦੇ ਪਾਪੀ ਗੁਰੂ ਦੇ ਪਿਆਰੇ। ਕਿਤਨਾ ਕਮਾਲ ਹੈ ਸਾਧ ਸੰਗਤ 'ਚ। ਇੱਥੇ ਆ ਕੇ ਵੀ ਮਾਲਾ ਫੇਰ ਕੇ ਵੀ, ਨਾਮ ਜਪ ਕੇ ਵੀ, ਗੁਰਬਾਣੀ ਪੜ੍ਹ ਕੇ ਵੀ, ਕਰਮ ਕਾਂਡ ਕਰਕੇ ਵੀ ਜੇ ਮਨ ਪਾਪੀ ਨੇ ਕਿੱਥੇ ਸ਼ੁੱਧ ਹੋਣਗੇ? ਕੌਣ ਕਰੇਗਾ ਸ਼ੁੱਧ ਇਹਨਾਂ ਨੂੰ? ਇੱਕ ਐਸੇ ਮਨੁੱਖ ਨੇ ਸੰਸਾਰ ਦੇ ਉੱਤੇ, ਕੁਛ ਐਸੀਆਂ ਗੱਲਾਂ ਨੇ, ਇੱਕ ਐਸੀ ਫਸਲ ਹੈ ਉਹ ਪਾਣੀ ਦੀ ਮਾਰੀ ਹੈ ਸਾਧ ਸੰਗਤ 'ਚ। ਇੱਕ ਐਸੀ ਫਸਲ ਹੈ ਸੋਕੇ ਦੀ ਮਾਰੀ ਹੈ ਸਾਧ ਸੰਗਤ 'ਚ। ਉਹ ਜਿਹੜੀ ਸੋਕੇ ਦੀ ਮਾਰੀ ਹੈ ਨਾ, ਉਹ ਪਾਣੀ ਉਹਨਾਂ ਹਰੀ ਹੋ ਜਾਣੀ ਹੈ। ਜਿਹੜੀ ਪਾਣੀ ਦੀ ਮਾਰੀ ਹੈ ਉਹ ਹਰੀ ਨਹੀਂ ਹੋਣੀ ਪਾਣੀ ਨਾਲ ਸਾਧ ਸੰਗਤ 'ਚ। ਇੱਕ ਬੰਦੇ ਐਸੇ ਨੇ ਉਹ ਸਾਧ ਸੰਗ 'ਚ ਆ ਕੇ ਮਾਰ ਕਰਦੇ ਨੇ ਸਾਧ ਸੰਗਤ 'ਚ। ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਸਿਮਰਨ ਕਰਦੇ ਹਾਂ, ਮਾਰ ਕਰਦੇ ਨੇ ਸਾਧ ਸੰਗਤ 'ਚ। ਖਿਮਾ ਰੱਖਿਓ ਜੇ ਸਮੁੰਦਰ ਨੂੰ ਕੁੱਜੇ 'ਚ ਬੰਦ ਕਰਨ ਲੱਗਾ ਸਾਧ ਸੰਗਤ 'ਚ। ਸਾਰੀ ਗੱਲ ਵਿਸਤਾਰਨਾ ਫਿਰ ਜਿਵੇਂ ਕਿਰਪਾ ਕਰੋਗੇ ਮੈਂ ਫਿਰ ਵਿਆਖਿਆ ਕਰ ਦਿਆਂਗੇ ਜੀ ਸਾਧ ਸੰਗਤ। ਹੁਣ ਗੱਲ ਅੱਗੇ ਆ ਗਈ ਹੈ। ਇੱਕ ਸੰਸਾਰ 'ਤੇ ਐਸੇ ਨੇ ਮਨੁੱਖ ਜਿਨ੍ਹਾਂ ਦਾ ਵਿਚਾਰ ਹੈ ਭਈ ਇਹ ਭਗਵਾਨ ਨੇ ਮਨੁੱਖਾ ਦੇ ਦਿੱਤੀ ਹੈ, ਇਹਨੂੰ ਸਫਲ ਕਿਸ ਤਰ੍ਹਾਂ ਕਰਨਾ ਸਾਧ ਸੰਗਤ 'ਚ। ਇੱਕ ਉਹ ਸੰਸਾਰ 'ਤੇ ਮਨੁੱਖ ਨੇ ਜਿਨ੍ਹਾਂ ਦਾ ਇਹ ਵਿਚਾਰ ਹੈ ਭਈ ਉਸ ਅਕਾਲ ਪੁਰਖ ਨੇ ਮਨੁੱਖਾ ਦੇ ਦਿੱਤੀ ਹੈ, ਅਤੇ 84 ਲੱਖ ਜੂਨ 'ਚ ਪੈਣਾ ਕਿਸ ਤਰ੍ਹਾਂ ਸਾਧ ਸੰਗਤ 'ਚ। ਹੁਣ ਦਾ ਇਹ ਵਿਚਾਰ ਹੈ ਗੁਰੂ ਦੇ ਪਿਆਰੇ। ਸਮੁੰਦਰ ਨੂੰ ਕੁਝ 'ਚ ਬੰਦ ਕਰਨਾ ਪਿਆ ਸਾਧ ਸੰਗਤ 'ਚ। ਇੱਕ ਉਹ ਮਨੁੱਖ ਨੇ ਜਿਹੜੇ ਧਰਮ ਗ੍ਰਹਿਣ ਕਰਦੇ ਨੇ 84 ਲੱਖ ਜੂਨ ਨੂੰ ਸਫਲ ਕਰਨ ਦੇ ਵਾਸਤੇ। ਇੱਕ ਉਹ ਮਨੁੱਖ ਨੇ ਜਿਹੜੇ ਧਰਮ ਗ੍ਰਹਿਣ ਕਰਦੇ ਨੇ 84 ਲੱਖ ਜੂਨ 'ਚ ਪੈਣ ਦੇ ਵਾਸਤੇ ਸਾਧ ਸੰਗਤ 'ਚ। ਵਿਆਖਿਆ ਫਿਰ ਕਰਾਂਗਾ, ਮੇਰੀ ਸੁਣੀ ਜਾਇਓ ਮੇਰੀ ਬੇਨਤੀ ਸਾਧ ਸੰਗਤ 'ਚ। ਇੱਕ ਉਹ ਸੰਸਾਰ 'ਤੇ ਮਨੁੱਖ ਨੇ ਜਿਹੜੇ ਰਾਗੀ ਢਾਡੀ ਗੁਣੀ ਗਿਆਨੀ ਪ੍ਰਚਾਰਕ ਬਣਦੇ ਨੇ 84 ਲੱਖ ਜੂਨ ਨੂੰ ਸਫਲ ਕਰਨ ਦੇ ਵਾਸਤੇ। ਇੱਕ ਉਹ ਮਨੁੱਖ ਨੇ ਸੰਸਾਰ 'ਤੇ ਜਿਹੜੇ ਰਾਗੀ ਢਾਡੀ ਗੁਣੀ ਗਿਆਨੀ ਪ੍ਰਚਾਰਕ ਬਣਦੇ ਨੇ 84 ਲੱਖ ਜੂਨ 'ਚ ਪੈਣ ਦੇ ਵਾਸਤੇ। ਸਭ ਧਿਆਨ ਦਿਓ ਜੇ ਮੇਰੀ ਗੱਲ ਦਾ ਸਾਧ ਸੰਗਤ 'ਚ। ਇੱਕ ਉਹ ਮਨੁੱਖ ਨੇ ਸੰਸਾਰ ਦੇ ਵਿੱਚ ਜਿਹੜੇ ਸਾਧੂ ਸੰਤਾਂ ਮਹਾਤਮਾ ਗੁਰੂਆਂ ਪੀਰਾਂ ਧਾਰਮਿਕ ਸਥਾਨਾਂ ਦੀ ਸੇਵਾ ਕਰਦੇ ਨੇ 84 ਲੱਖ ਜੂਨ ਨੂੰ ਸਫਲ ਕਰਨ ਦੇ ਵਾਸਤੇ।
ਇੱਕ ਉਹ ਮਨੁੱਖ ਨੇ ਜਿਹੜੇ ਸਾਧੂ ਸੰਤਾਂ ਮਹਾਤਮਾ ਗੁਰੂਆਂ ਪੀਰਾਂ ਧਾਰਮਿਕ ਸਥਾਨਾਂ ਦੀ ਸੇਵਾ ਕਰਦੇ ਨੇ 84 ਲੱਖ ਜੂਨ ਚ ਪੈਣ ਦੇ ਵਾਸਤੇ ਸਾਧ ਸੰਗਤ ਚ। ਇੱਕ ਉਹ ਮਨੁੱਖ ਨੇ ਸੰਸਾਰ ਦੇ ਵਿੱਚ ਜਿਹੜੇ ਧਨ ਪ੍ਰਾਪਤ ਕਰਦੇ ਨੇ ਇਸ 84 ਲੱਖ ਜੂਨ ਨੂੰ ਸਫਲ ਕਰਨ ਦੇ ਵਾਸਤੇ। ਇੱਕ ਉਹ ਮਨੁੱਖ ਨੇ ਜਿਹੜੇ ਧਨ ਪ੍ਰਾਪਤ ਕਰਦੇ ਨੇ 84 ਲੱਖ ਜੂਨ ਚ ਪੈਣ ਦੇ ਵਾਸਤੇ ਸਾਧ ਸੰਗਤ ਚ। ਦਾਸ ਪ੍ਰਾਰਥਨਾ ਕਰਦਾ ਪਿਆ ਆਪ ਚਰਨਾਂ ਦੇ ਵਿੱਚ। ਸਾਰੀ ਉਮਰ ਲੰਘ ਜਾਂਦੀ ਹੈ ਗੁਰੂ ਦੇ ਪੈਰੇ ਇਸੇ ਤਰ੍ਹਾਂ ਹੀ, ਪਰ ਮਨ ਪਾਪੀ ਦੇ ਪਾਪੀ ਰਹਿੰਦੇ ਨੇ ਸਾਧ ਸੰਗਤ ਚ। ਆਪਾਂ ਇਹਨੂੰ ਹੋਰ ਢੰਗ ਨਾਲ ਥੋੜ੍ਹਾ ਜਿਹਾ ਆਖ ਲਈਏ। ਉਹ ਕਿਹੜੇ ਢੰਗ ਦੇ ਨਾਲ? ਇੱਕ ਪਾਸੇ ਸਾਡੇ ਧਾਰਮਿਕ ਆਗੂ ਨੇ, ਇੱਕ ਪਾਸੇ ਸਾਡੀ ਗੌਰਮੈਂਟ ਸਰਕਾਰ ਹੈ ਸਾਡੀ ਸਾਧ ਸੰਗਤ ਚ। ਜਿਹੜੀ ਸਾਡੀ ਸਰਕਾਰ ਹੈ ਉਹ ਵੀ ਸਾਡੇ ਗਿਆਨ ਦੇ ਵਾਸਤੇ, ਸਾਡੇ ਲੋਕ ਪਰਲੋਕ ਦੇ ਭਲੇ ਦੇ ਵਾਸਤੇ ਇਹ ਪ੍ਰਾਇਮਰੀ ਵਿਦਿਆ, ਮਿਡਲ ਵਿਦਿਆ, ਹਾਈ ਵਿਦਿਆ, ਕਾਲਜ ਬਹੁਤ ਤਿਆਰ ਕਰਦੀ ਹੈ ਵੀ ਸਾਧ ਸੰਗਤ ਚ। ਬਹੁਤ ਵਿਦਿਆ ਦਾ ਪ੍ਰਚਾਰ ਹੁੰਦਾ ਪਿਆ। ਸਾਡੇ ਧਾਰਮਿਕ ਨੇਤਾ ਨੇ ਉਹ ਕਹਿੰਦੇ ਨੇ ਕੋਈ ਐਸਾ ਗਲੀ ਮਹੱਲਾ ਨਾ ਰਹਿ ਜਾਵੇ, ਕੋਈ ਐਸਾ ਪਿੰਡ ਸ਼ਹਿਰ ਨਾ ਰਹਿ ਜਾਵੇ ਜਿੱਥੇ ਕੋਈ ਧਾਰਮਿਕ ਸਥਾਨ ਦੀ ਉਸਾਰੀ ਨਾ ਹੋਵੇ ਸਾਧ ਸੰਗਤ ਚ। ਸਾਨੂੰ ਭਾਵੇਂ ਖਾਣ ਨੂੰ ਮਿਲੇ ਭਾਵੇਂ ਨਾ ਮਿਲੇ, ਪਰ ਧਾਰਮਿਕ ਸਥਾਨ ਜ਼ਰੂਰ ਬਣਨੇ ਚਾਹੀਦੇ ਨੇ ਸਾਧ ਸੰਗਤ ਚ। ਹੁਣ ਦਾ ਮੁਲਕਾਂ ਦਾ ਐਸਾ ਹੈ, ਸਾਨੂੰ ਖਾਣ ਨੂੰ ਮਿਲੇ ਨਾ ਮਿਲੇ ਕੋਈ ਬਾਤ ਨਹੀਂ, ਪਰ ਖੋ ਕੇ ਮੂੰਹ ਦੇ ਵਿੱਚੋਂ ਖੋ ਕੇ ਸਾਧ ਸੰਗਤ ਚ, ਬੱਚਿਆਂ ਦੇ ਮੂੰਹ ਚੋਂ ਖੋ ਕੇ ਧਾਰਮਿਕ ਸਥਾਨ ਬਣਦੇ ਨੇ ਪਏ ਗੁਰੂ ਦੇ ਪਿਆਰੇ। ਮਨੁੱਖ ਬਣਾਉਂਦਾ ਪਿਆ। ਇਹ ਦੱਸਿਓ ਜੇ ਇੰਨੇ ਸਾਧੂ ਸੰਤ ਮਹਾਤਮਾ ਵੱਧਦੇ ਨੇ ਪਏ, ਇੰਨੇ ਵੱਧਦੇ ਨੇ ਪਏ, ਇੰਨਾ ਧਰਮ ਦਾ ਪ੍ਰਚਾਰ ਹੁੰਦਾ ਪਿਆ। ਆਪਾਂ ਨੇ ਕਿਸੇ ਤੇ ਹਮਲਾ ਨਹੀਂ ਕਰਨਾ, ਸਤਸੰਗ ਤੇ ਵਿਚਾਰ ਦੀ ਗੱਲ ਕਰਨੀ ਹੈ। ਤੁਸੀਂ ਸਾਰੇ ਬੈਠੇ ਦੱਸੀ ਜਾਓ ਜੇ ਵੀ ਅੱਜ ਸੱਚ ਵੱਧਦਾ ਕਿ ਝੂਠ ਵੱਧਦਾ ਪਿਆ ਸੰਸਾਰ ਦੇ ਵਿੱਚ। ਅੱਜ ਸੰਸਾਰ 'ਚ ਝੂਠਵਾਦੀ ਕਿ ਸੱਚਵਾਦੀ ਹੈ ਪਈ। ਅੱਜ ਸੰਸਾਰ 'ਚ ਭ੍ਰਿਸ਼ਟਾਚਾਰ ਵੱਧਦਾ ਕਿ ਜਾਂ ਸੱਚ ਵੱਧਦਾ ਪਿਆ। ਅੱਜ ਸੰਸਾਰ ਦੇ ਵਿੱਚ ਰਿਸ਼ਵਤਖੋਰੀ ਵੱਧ ਕੇ ਇਮਾਨਦਾਰੀ ਵੱਧਦੀ ਹੈ ਪਈ। ਅੱਜ ਸੰਸਾਰ ਦੇ ਵਿੱਚ ਈਰਖਾ ਦੁਬਦਾ ਵੱਧ ਕੇ ਪ੍ਰੇਮ ਤੇ ਪਿਆਰ ਵੱਧਦਾ ਪਿਆ। ਕੀ ਵੱਧਦਾ ਪਿਆ? ਜੇ ਤੁਸੀਂ ਮੇਰੇ ਨਾਲ ਸਹਿਮਤ ਹੋ, ਝੂਠ ਵੱਧਦੀ ਆ ਪਈ, ਝੂਠ ਵੱਧਦਾ ਪਿਆ, ਰਿਸ਼ਵਤਖੋਰੀ ਵੱਧਦੀ ਆ ਪਈ, ਭ੍ਰਿਸ਼ਟਾਚਾਰ ਵੱਧਦਾ ਪਿਆ ਔਰ ਈਰਖਾ ਦੁਬਦਾ ਵੱਧਦੀ ਹੈ, ਫਿਰ ਕੀ ਆਖਣਾ ਜੇ? ਜੀਵਨ ਭ੍ਰਿਸ਼ਟਿਆ ਜਾਂਦਾ ਕਿ ਜੀਵਨ ਚੰਗਾ ਬਣਦਾ ਪਿਆ ਸਾਧ ਸੰਗਤ 'ਚ? ਜਿਉਂ ਵਿਦਿਆ ਵੱਧਦੀ ਆ ਪਈ, ਭਾਈ ਦਾ ਪਿਆਰ ਖਤਮ ਹੋਣ ਡਿਆ ਸਾਧ ਸੰਗਤ 'ਚ। ਪਿਓ ਪੁੱਤਰ ਦਾ ਵਿਸ਼ਵਾਸ ਖਤਮ ਹੋਣ ਡਿਆ ਗੁਰੂ ਦੇ ਪਿਆਰਿਓ। ਸਿੱਖ ਦਾ ਵਿਸ਼ਵਾਸ ਸਤਿਕਾਰ ਖਤਮ ਹੋਣ ਡਿਆ ਸਾਧ ਸੰਗਤ ਜੀ। ਔਰਤ ਮਰਦ ਦਾ ਸਤਿਕਾਰ ਖਤਮ ਹੋਣ ਡਿਆ ਗੁਰੂ ਦੇ ਪਿਆਰਿਓ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਆਪ ਸਦਾ ਚੰਨ ਰਵਿਦਾਸ ਭਗਤ ਜੀ ਦੀ ਗੁਰਬਾਣੀ ਸੁਣੋ ਸਾਧ ਸੰਗਤ ਜੀ। ਕੈਸੀ ਕਮਾਲ ਹੈ ਗੁਰੂ ਦੇ ਪਿਆਰੇ। ਕਹਿੰਦੇ ਨੇ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ। ਕਿਹੜੀ ਭਗਤੀ ਕਰਕੇ ਭਗਵਾਨ ਪ੍ਰਾਪਤ ਹੋਵੇਗਾ ਸਾਧ ਸੰਗਤ ਚ? ਕਿਹੜੀਆਂ ਗੱਲਾਂ ਕਰੀਏ? ਕਹਿੰਦਾ 3 ਗੁਣ ਲਓ ਗੁਰੂ ਦੇ ਪਿਆਰਿਓ। ਇਹਨਾਂ 3 ਗੁਣਾਂ ਨੂੰ ਆਪਣੇ ਅੰਦਰ ਵਸਾਓ ਤਾਂ ਫਿਰ ਭਗਤੀ ਕਰੋ। ਇਹ ਮੇਰੇ ਕੋਲ ਨਾ, ਮੈਂ ਨਾਂ ਨਹੀਂ ਜਾਣਦਾ, ਬਜ਼ੁਰਗ ਬੈਠੇ ਨੇ, ਇਹਨਾਂ ਨੇ ਮੈਨੂੰ ਹੁਕਮ ਕੀਤਾ ਇੱਕ ਦਿਨ, ਪੰਚ ਪ੍ਰਵਾਨ ਪੰਚ ਪ੍ਰਧਾਨ ਤੇ ਪੰਚੇ ਪਾਵਹਿ ਦਰਗਾਹ ਮਾਨ, ਪੰਚੇ ਸੋਹੇ ਦਰ ਰਾਹ ਜਾਣ। ਵਿਆਖਿਆ ਬਹੁਤ ਸਮਾਂ ਮੰਗਦੀ ਹੈ ਸਾਧ ਸੰਗਤ 'ਚ। ਪੰਚ ਪ੍ਰਵਾਨ, ਆ ਜਿਵੇਂ ਤੁਸੀਂ ਆਪਣੀ ਸੰਗਤ ਦੇ ਵਿੱਚ 5 ਬੰਦੇ ਚੁਣ ਲੈਂਦੇ ਹੋ। ਇਹ ਸਕੱਤਰ ਹੈ ਜੀ, ਆਹ ਸਾਡੇ ਪ੍ਰਧਾਨ ਜੀ ਨੇ ਜੀ, ਆਹ ਸੂਬਾ ਸਾਹਿਬਾਨ ਜੀ ਨੇ ਜੀ, ਇਹ ਸੈਕਟਰੀ ਨੇ ਜੀ, ਆਮ ਤੁਸੀਂ ਬਣਾ ਲੈਂਦੇ ਹੋ। ਇਸੇ ਤਰ੍ਹਾਂ ਤੁਸੀਂ ਪੰਚਾਇਤ ਬਣਾਉਂਦੇ ਹੋ ਜੀ, ਇਹ ਮੈਂਬਰ ਹੈ ਜੀ, ਇਹ ਸਰਪੰਚ ਹੈ ਜੀ, ਇਹ ਵਜ਼ੀਰ ਹੈ ਜੀ, ਇਹ MLA ਹੈ ਜੀ, ਇਹ ਪ੍ਰੈਜ਼ੀਡੈਂਟ ਹੈ ਜੀ, ਬਣਾ ਲੈਂਦੇ। ਇਸ ਤਰ੍ਹਾਂ ਗੁਰਬਾਣੀ ਨੇ ਵੀ ਬਣਾਤੇ ਨੇ ਸਾਧ ਸੰਗਤ 'ਚ। ਤੁਸੀਂ ਬਣਾਦੇ ਹੋ, ਗੁਰਬਾਣੀ ਵੀ ਬਣਾਉਂਦੀ ਹੈ ਗੁਰੂ ਦੇ ਪਿਆਰੇ। ਗੁਰਬਾਣੀ ਕਹਿੰਦੀ ਹੈ ਪੰਚ ਪ੍ਰਵਾਨ। ਪੰਚ ਜਿਹੜੇ ਪ੍ਰਵਾਨ ਨੀਕ ਨੇ ਸਾਧ ਸੰਗਤ ਜੀ, ਸਤ, ਸੰਤੋਖ, ਧੀਰਜ, ਧਰਮ, ਵਿਚਾਰ, ਜਿਹੜੇ ਪ੍ਰਵਾਨ ਨੀਕ ਨੇ ਸਾਧ ਸੰਗਤ 'ਚ। ਪੰਚ ਪ੍ਰਧਾਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪ੍ਰਧਾਨ ਨੇ ਸਾਧ ਸੰਗਤ 'ਚ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਾਹ ਮਾਨ। ਜਿਨ੍ਹਾਂ ਨੇ ਇਹਨਾਂ ਨੂੰ, ਜਿਹੜੇ ਪ੍ਰਵਾਨ ਨੀਕ ਨੇ, ਜਿਹੜੇ ਪ੍ਰਧਾਨ ਨੇ, ਉਹਨਾਂ ਨੂੰ ਗ੍ਰਹਿਣ ਕੀਤਾ ਹੈ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਨ। ਦਰਗਾਹ 'ਚ ਮਾਨ ਪਾਉਣਗੇ ਸਾਧ ਸੰਗਤ 'ਚ। ਉਹ ਪੰਚ ਪੁਰਸ਼ ਨੇ, ਉਹ ਸ਼੍ਰੋਮਣੀ ਨੇ, ਇਹ ਜਿਨ੍ਹਾਂ ਨੇ ਪੰਚਾਂ ਨੂੰ ਗ੍ਰਹਿਣ ਕੀਤਾ ਹੈ। ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਕੰਟਰੋਲ ਕੀਤਾ ਹੈ, ਉਹ ਦਰਗਾਹ 'ਚ ਸਤਿਕਾਰ ਪਾਉਣਗੇ ਸਾਧ ਸੰਗਤ 'ਚ। ਉਹਨੂੰ ਪੰਚ ਕਹਿੰਦੇ ਨੇ ਗੁਰੂ ਦੇ ਪਿਆਰੇ, ਉਹਨੂੰ ਪੰਚ ਕਹਿੰਦੇ ਨੇ ਸਾਧ ਸੰਗਤ, ਸ਼੍ਰੋਮਣੀ ਗੁਰੂ ਦੇ ਪਿਆਰੇ। ਕਹਿੰਦੇ ਨੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਨ, ਪੰਚ ਸੋਹੇ ਦਰ ਰਾਹ ਜਾਣ। ਰਾਜਾਂ ਦਾ ਰਾਜਾ ਧਰਮਰਾਜ ਸਾਧ ਸੰਗਤ 'ਚ।
ਉਹਦੀ ਦਰਗਾਹ 'ਚ ਆ ਕੇ ਸਤਿਕਾਰ ਪ੍ਰਾਪਤ ਕਰਨਗੇ ਗੁਰੂ ਦੇ ਪਿਆਰੇ। ਇਸ ਵਾਦਾਸ ਪ੍ਰਾਰਥਨਾ ਕਰਦਾ ਪਿਆ, ਮਿਲਤ ਪਿਆਰੋ ਪ੍ਰਾਣਨਾਥ ਕਮਨ ਭਗਤ ਤੇ। ਉਹ ਕਿਹੜੀ ਭਗਤੀ ਕਰਕੇ ਭਗਵਾਨ ਪ੍ਰਾਪਤ ਹੁੰਦਾ? ਕਹਿੰਦੇ ਨੇ ਸਾਧ ਸੰਗਤ ਪਾਈ ਪਰਮ ਗਤੇ। ਆਹ ਤੁਹਾਡੀ ਚੀਜ਼ ਹੈ ਸਾਧ ਸੰਗਤ 'ਚ, ਸਾਧ ਸੰਗਤ ਪਾਈ ਪਰਮ ਗਤੇ। ਬਸ ਦੋ ਹੀ ਚੀਜ਼ਾਂ ਨੇ, ਕਥਾ ਕੀਰਤਨ ਤੇ ਆਹ ਤੁਹਾਡੀ ਸਤਸੰਗ ਸਾਧ ਸੰਗਤ 'ਚ। ਇਸ ਵਾਸਤੇ ਦਾਸ ਨੇ ਪ੍ਰਾਰਥਨਾ ਕਰ ਦਿੱਤੀ ਸੀ ਆਪ ਦੇ ਚੰਨ ਵਿੱਚ, ਸਾਧ ਸੰਗਤ ਪਾਈ ਪਰਮ ਗਤੇ। ਇਹ ਤੁਹਾਡਾ ਇੱਕ ਐਸਾ ਸਥਾਨ ਹੈ ਜਿੱਥੇ 1 ਮਿੰਟ ਦੇ ਵਿੱਚ ਮੁਕਤੀ ਮਿਲ ਸਕਦੀ ਸਾਧ ਸੰਗਤ 'ਚ, ਗਿਆਨ ਹੋ ਸਕਦਾ ਗੁਰੂ ਦੇ ਪਿਆਰੇ। ਇੱਕ ਐਸਾ ਥਾਂ ਜਿੱਥੇ ਗਿਆਨ ਦੀ ਪ੍ਰਾਪਤੀ ਹੋਣ ਲੱਗੇ ਘੰਟਾ ਲੱਗ ਸਕਦਾ ਸਾਧ ਸੰਗਤ 'ਚ। ਇੱਕ ਤੁਹਾਡਾ ਐਸਾ ਥਾਂ ਹੈ ਜਿੱਥੇ ਗਿਆਨ ਦੀ ਪ੍ਰਾਪਤੀ ਹੋਣ ਲੱਗਿਆ 1 ਦਿਨ ਲੱਗ ਸਕਦਾ ਹੈ। ਇੱਥੇ ਗਿਆਨ ਦੀ ਪ੍ਰਾਪਤੀ ਹੋਣ ਲੱਗਿਆ 1 ਮਹੀਨਾ ਲੱਗ ਸਕਦਾ ਹੈ। ਇੱਥੇ ਗਿਆਨ ਦੀ ਪ੍ਰਾਪਤੀ ਹੋਣ ਲੱਗਿਆ 1 ਸਾਲ ਵੀ ਲੱਗ ਸਕਦਾ ਹੈ। ਇੱਥੇ ਗਿਆਨ ਦੀ ਪ੍ਰਾਪਤੀ ਹੋਣ ਲੱਗਿਆ 10, 20, 30, 40, 50 ਸਾਲ ਲੱਗ ਕੇ ਗਿਆਨ ਦੀ ਪ੍ਰਾਪਤੀ ਹੋ ਕੇ ਮਨੁੱਖਾ ਦੇ 84 ਲੱਖ ਜੂਨ ਸਫਲ ਹੋ ਸਕਦੀ ਸਾਧ ਸੰਗਤ ਜੀ। ਤੇ ਇਹ ਥਾਂ ਹੈ, ਖਿਮਾ ਰੱਖਿਓ ਜੇ, ਇੱਥੇ ਸਾਰੀ ਉਮਰ ਸ਼ਾਸਨ ਕਰਦਿਆਂ ਕਰਦਿਆਂ ਬਿਰਥ ਵੀ ਜਾ ਸਕਦੀ ਹੈ ਸਾਧ ਸੰਗਤ 'ਚ। ਇਹ ਨਾ ਮਾਣ ਕਰਿਓ ਜੇ ਇਸ ਗੱਲ ਦਾ, ਬਿਰਥ ਵੀ ਜਾ ਸਕਦੀ ਸਾਧ ਸੰਗਤ 'ਚ। ਇਸ ਵਾਸਤੇ ਇਹ ਗਿਆਨ ਹਮਰਜ ਕਰਨਾ ਪਿਆ। ਕਹਿੰਦੇ ਨੇ ਮਿਲਤ ਪਿਆਰੋ ਪ੍ਰਾਣਨਾਥ ਕਮਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੇ। ਇੱਥੇ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ ਸਾਧ ਸੰਗਤ 'ਚ। ਰਵਿਦਾਸ ਭਾਈ ਕਹਿੰਦੇ ਨੇ ਮੈਲੇ ਕੱਪੜੇ ਕਹਾਂ ਲੋ ਧੋਵੋ। ਦੁਨੀਆ ਦੇ ਲੋਕੋ ਮਾੜਾ ਕਰਮ ਛੱਡਦੇ ਹੀ ਨਹੀਂ। ਆਹ ਜਿਹੜੇ ਮੈਲੇ ਕੱਪੜੇ ਨੇ ਕਿੰਨਾ ਚਿਰ ਨੂੰ ਕਿੰਨਾ ਕੁ ਧੋਈ ਜਾਓਗੇ, ਨਾਮ ਜਪ ਜਾਓ ਕੇ ਬਾਣੀ ਪੜ੍ਹ ਕੇ ਅਰਦਾਸਾਂ ਕਰਾ ਕਿੰਨਾ ਕੁ ਸਾਫ਼ ਕਰ ਲਓਗੇ। ਹੁਣ ਤੋਬਾ ਤੇ ਕਰੋ ਸਾਧ ਸੰਗਤ 'ਚ, ਕਦੇ ਤੋਬਾ ਤੇ ਕਰੋ, ਕਰਦੇ ਨਹੀਂ ਤੋਬਾ ਸਾਧ ਸੰਗਤ 'ਚ। ਇੱਧਰੋਂ ਕਰ ਲਿਆ ਤੇ ਇੱਧਰ ਅਰਦਾਸਾਂ ਕਰਾ ਲਈਆਂ, ਇੱਧਰੋਂ ਕਰ ਲਿਆ ਤੇ ਇੱਧਰੋਂ ਪਾਠ ਕਰਾ ਲਿਆ ਸਾਧ ਸੰਗਤ 'ਚ। ਕਿੰਨਾ ਚਿਰ ਕਰ ਲੋਗੇ ਇਸ ਤਰ੍ਹਾਂ? ਮੈਲੇ ਕੱਪੜੇ ਕਹਾਂ ਲੋ ਧੋਵੇ, ਆਵੇ ਕੀ ਨੀਂਦ ਕਹਾਂ ਲੱਗ ਸੋਵੋ। ਇਸ ਅਗਿਆਨਤਾ ਰੂਪੀ ਨੀਂਦਰ 'ਚ ਕਿੰਨਾ ਚਿਰ ਸੁੱਤੇ ਰਹੋਗੇ? ਇਹ ਜਿਹੜੀ ਅਗਿਆਨਤਾ ਰੂਪੀ ਨੀਂਦਰ 'ਚ ਸੁੱਤੇ ਹੋ ਤੁਸੀਂ, ਬੇਖਬਰ ਹੋਏ ਹੋ, ਕੋਈ ਡਰ ਨਹੀਂ, ਕੋਈ ਭੈ ਨਹੀਂ ਕਿਸੇ ਦਾ। ਖਿਮਾ ਰੱਖਿਓ ਜੇ, ਇਹ ਆਪਾਂ ਨਾਮ ਧਾਰੀਕ ਹਾਂ, ਨਾਮ ਧਾਰੀਕ। ਮੈਂ ਸ੍ਰੀ ਭਗਵਾਨ ਰਾਮਚੰਦਰ ਦਾ ਉਪਾਸ਼ਕ ਹਾਂ, ਮੈਂ ਭਗਵਾਨ ਕ੍ਰਿਸ਼ਨ ਨੂੰ ਮੰਨਣਾ, ਮੈਂ ਗੁਰੂ ਨਾਨਕ ਨੂੰ ਮੰਨਣਾ, ਮੈਂ ਦਸਮੇਸ਼ ਪਾਤਸ਼ਾਹ ਨੂੰ ਮੰਨਣਾ, ਮੈਂ ਸਤਿਗੁਰੂ ਰਾਮ ਸਿੰਘ ਨੂੰ ਮੰਨਣਾ। ਇਹ ਨਾਮ ਧਾਰੀਕ ਆਪਾਂ ਸਾਧ ਸੰਗਤ 'ਚ। ਇਹ ਤੇ ਆਪਾਂ ਕਹਿੰਦੇ ਨੇ ਭਈ ਅਸੀਂ ਅੱਜ ਉਪਾਸ਼ਕ ਆਰਟਿਸਟਾਂ ਦੇ ਬਣ ਚੁੱਕੇ ਹਾਂ ਸਾਧ ਸੰਗਤ 'ਚ, ਉਹਨਾਂ ਦੇ ਬਣ ਚੁੱਕੇ ਹਾਂ ਅਸੀਂ ਗੁਰੂ ਦੇ ਪਿਆਰੇ। ਤੇ ਆਖੀ ਜਾਂਦੇ ਹਾਂ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਜੀ। ਤੇ ਇੱਕ ਸਿੱਧੀ ਜੀ ਗੱਲ ਜੇ ਵੀ ਆਖ ਲਈਏ ਵੀ ਟੈਲੀਵਿਜ਼ਨਾਂ ਦੇ ਸਿੱਖ ਹਾਂ ਅਸੀਂ ਸਾਧ ਸੰਗਤ 'ਚ, ਇਹ ਵੀ ਆਖ ਲਓ ਗੁਰੂ ਦੇ ਪਿਆਰੇ। ਮਰਜ਼ੀ ਨਾਲ ਉੱਠਨੇ ਆ, ਮਰਜ਼ੀ ਨਾਲ ਬਹਿਨੇ ਆ, ਮਰਜ਼ੀ ਦਾ ਖਾਂਦੇ ਆ, ਜਿੱਥੇ ਜਿਵੇਂ ਮਰਜ਼ੀ ਖਾਂਦੇ ਆ। ਕਿਹੜੀਆਂ ਸਾਡੀ ਮਰਿਆਦਾ ਸਾਧ ਸੰਗਤ 'ਚ, ਕਿਹੜੀ ਮਰਿਆਦਾ ਸਾਡੀ ਗੁਰੂ ਦੇ ਪਿਆਰੇ? ਜਿਹੜੀ ਅੱਜ ਖੰਭ ਲਾ ਕੇ ਉੱਡ ਗਈ ਹੈ ਸੰਸਾਰ ਦੇ ਵਿੱਚ, ਖੰਭ ਲਾ ਕੇ ਉੱਡਦੀ ਹੈ ਸਾਧ ਜੀ। ਇਹ ਤੇ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ ਤੁਹਾਡੇ ਤੇ ਮਾੜੀ ਮੋਟੀ ਹੈ ਸਾਧ ਸੰਗਤ 'ਚ, ਮਿਲਦੀ ਕਿੱਥੇ ਜੇ ਮਰਿਆਦਾ ਗੁਰੂ ਦੇ ਪਿਆਰੇ। ਉਸੇ ਤਰ੍ਹਾਂ ਹੀ ਜੋੜਿਆਂ ਸਣੇ ਪ੍ਰਸਾਦੇ ਬਣਦੇ ਨੇ, ਖਾਣੇ ਬਣਦੇ ਨੇ, ਜੋੜਿਆਂ ਸਣੇ ਖਵਾਉਂਦੇ ਨੇ, ਜੋੜਿਆਂ ਸਣੇ ਖਾਈ ਜਾਂਦੇ ਆ ਸਾਧ ਸੰਗਤ 'ਚ। ਇਹ ਕਿਹੜੇ ਗੁਰੂ ਦੀ ਮਰਿਆਦਾ ਗੁਰੂ ਦੇ ਪਿਆਰੇ ਹੋ, ਕਿਹੜੇ ਗੁਰੂ ਦੀ ਸਾਧ ਸੰਗਤ 'ਚ? ਇਸ ਵਾਦਾਸ ਪ੍ਰਾਰਥਨਾ ਕਰਦਾ ਪਿਆ। ਕਹਿੰਦੇ ਨੇ ਮੈਲੇ ਕੱਪੜੇ ਕਹਾਂ ਲੋ ਧੋਵੋ, ਆਵੇ ਕੀ ਨੀਂਦ ਕਹਾਂ ਲੱਗ ਸੋਵੋ। ਜੋਈ ਜੋਈ ਜੋਰਿਓ, ਸੋਈ ਸੋਈ ਫਾਟਿਓ। ਠੀਕ ਹੈ, ਇਹ ਆਪਾਂ ਇਕੱਠਾ ਤੇ ਕਰਦੇ ਨਾ ਪਏ, ਪਰ ਇਹਨੇ ਖਤਮ ਹੋ ਜਾਣਾ ਸਾਧ ਸੰਗਤ 'ਚ। ਝੂਠਾ ਬਣਜ ਉੱਠ ਹੀ ਗਈ ਹਟਿਓ। ਇਹ ਸੰਸਾਰ ਝੂਠੀ ਦੁਕਾਨ ਤੇ ਆਏ ਜੀ ਅਸੀਂ, ਇਹਨੂੰ ਸੱਚੀ ਸਮਝਣਾ ਪਏ। ਝੂਠਾ ਬਣਜ ਉੱਠ ਹੀ ਗਈ ਹਟਿਓ, ਇਹ ਹੱਟੀ ਹੈ। ਸੰਸਾਰ, ਜਹਾਨ, ਦੁਨੀਆ, ਇਹ ਝੂਠੀ ਦੁਕਾਨ ਜੇ ਸਾਧ ਸੰਗਤ 'ਚ। ਹੁਣ ਆਹ ਆਖੀਦਾ, ਆਹ ਸੁੰਦਰਤਾ, ਆਹ ਹੁਸਨ, ਆਹ ਜਵਾਨੀਆਂ ਖਤਮ ਹੋ ਜਾਣਗੀਆਂ ਸਾਧ ਸੰਗਤ 'ਚ। ਆਹ ਜਿਹੜੀਆਂ ਆਪਣੀਆਂ ਮਰਿਆਦਾਂ ਪੱਕੀਆਂ ਕਰਨ ਡਏ ਆ, ਕਹਿੰਦਾ ਅਸਾਂ ਮਰਨ ਵਾਸਤੇ ਕਰਨ ਡਏ ਆ ਸਾਧ ਸੰਗਤ 'ਚ। ਯਾਦ ਹੈ ਕਿ ਸਾਨੂੰ ਆਪਾਂ ਮਰਨਾ। ਕਹਿੰਦੇ ਨੇ ਝੂਠੀ ਦੁਕਾਨ ਤੇ ਆਪਾਂ ਆਏ ਆ ਸਾਧ ਸੰਗਤ 'ਚ। ਝਿਲਮਿਲ ਬਿਸਿਆਰ ਦੁਨੀਆ ਫਾਨੀ। ਦੁਨੀਆ ਦਾ ਚਮਤਕਾਰਾਂ ਵੇਖਣ 'ਚ ਬੜਾ ਸੱਚਾ ਲੱਗਦਾ ਪਿਆ, ਪਰ ਹੈ ਨਹੀਂ ਸਾਧ ਸੰਗਤ 'ਚ, ਝੂਠਾ ਗੁਰੂ ਦੇ ਪਿਆਰੇ। ਇਸ ਵਾਸਤੇ ਕਹਿੰਦੇ ਨੇ ਮੈਲੇ ਕੱਪੜੇ ਕਹਾਂ ਲੋ ਧੋਵੋ, ਆਵੇ ਕੀ ਨੀਂਦ ਕਹਾਂ ਲੱਗ ਸੋਵੋ। ਜੋਈ ਜੋਈ ਜੋਰਿਓ, ਸੋਈ ਸੋਈ ਫਾਟਿਓ। ਝੂਠਾ ਬਣ ਉੱਠ ਹੀ ਗਈ ਹਟਿਓ। ਕਹਿ ਰਵਿਦਾਸ ਭਇਓ ਜਬ ਲੇਖੋ ਤੇ ਜੋਈ ਜੋਈ ਕੀਨੋ, ਸੋਈ ਸੋਈ ਦੇਖਿਓ ਸਾਧ ਸੰਗਤ 'ਚ। ਮੈਂ ਬਹੁਤ ਦੂਰ ਤੱਕ ਨਹੀਂ ਤੁਹਾਨੂੰ ਲੈ ਕੇ ਜਾਣਾ, ਸਿਰਫ ਆਪਣੀ ਗੱਲ ਕਰਨ ਦਾ ਯਤਨ ਕਰਨਾ ਪਿਆ ਸਾਧ ਸੰਗਤ 'ਚ। ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੀ ਦਿਆਲਤਾ ਦੇ ਅਨੁਸਾਰ ਇਤਿਹਾਸ ਫਿਰ ਰੱਖਾਂਗਾ। ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਅਨੁਸਾਰ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਤੇ ਵਰਤਮਾਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਅਨੁਸਾਰ ਨਾਮਧਾਰੀ ਸਮਾਜ ਦੇ ਵਿੱਚ ਇੱਕ ਸਾਡੀ 100 ਸਾਲ ਤੋਂ ਟਕਸਾਲ ਚੱਲ ਰਹੀ ਹੈ ਸਾਧ ਸੰਗਤ 'ਚ।
ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਤੋਂ ਲੈ ਕੇ ਸਾਧ ਸੰਗਤ ਜੀ ਆਪ ਜੀ ਦੀ ਬਖਸ਼ਿਸ਼ ਦੇ ਨਾਲ, ਆਪ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਤਾ ਨਹੀਂ ਕਿੰਨੇ ਕੁ ਸਧਾਰਨ ਪਾਠ ਕਰ ਕਰਵਾ ਛੱਡੇ ਨੇ, ਅਖੰਡ ਪਾਠ ਕਿੰਨੇ ਕੁ ਕਰ ਕਰਵਾ ਛੱਡੇ ਨੇ, ਔਰ ਬੱਚੇ ਕਿੰਨੇ ਕੁ ਪੜ੍ਹਾ ਛੱਡੇ ਨੇ। ਇਹ ਕੋਈ ਹਿਸਾਬ ਨਹੀਂ ਕੀਤਾ, ਕਿਉਂਕਿ ਹਿਸਾਬ ਦੇ ਵਿੱਚ ਆ ਕੇ ਮਾਣ ਪ੍ਰਾਪਤ ਹੋ ਜਾਂਦਾ ਸਾਧ ਸੰਗਤ 'ਚ। ਮੈਂ ਇਹਨਾਂ ਨੂੰ ਪੜ੍ਹਾਇਆ, ਮੈਂ ਆਹ ਕੀਤਾ, ਕੋਈ ਗਿਣਤੀ ਨਹੀਂ ਸਾਧ ਸੰਗਤ 'ਚ। ਕਿਸੇ ਜਾਤ ਪਾਤ ਊਚ ਨੀਚ, ਕੋਈ ਅਮੀਰ ਗਰੀਬ ਛੋਟਾ ਵੱਡਾ ਕੁਛ ਨਹੀਂ ਵੇਖਿਆ, ਉਹਦੀ ਸੇਵਾ ਕਰਨ ਦਾ ਯਤਨ ਕੀਤਾ। ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅੰਗਹੀਣ ਹੈ, ਭਾਵੇਂ ਕੋਈ ਲੋੜਵੰਦ ਹੈ, ਤੁਸਾਂ ਦਿੱਤਾ, ਸਤਿਗੁਰੂ ਦਿੱਤਾ, ਤਾਂ ਉੱਥੇ ਬਹਿ ਕੇ ਖਾਣੇ ਪਏ ਤੇ ਆਨੰਦ ਲੈਣ ਦੇ ਸਾਧ ਸੰਗਤ 'ਚ। ਇਹ ਪੰਕਤੀ ਪੜ੍ਹੀ ਨਾ ਜਦੋਂ ਮੈਂ, ਕਹਿ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਮਨ 'ਚ ਸ਼ੰਕਾ ਪੈ ਗਿਆ ਸਾਧ ਸੰਗਤ 'ਚ। ਵੇਖੋ ਤੁਸੀਂ ਇਹ ਮਨ ਦੀ ਅਵਸਥਾ ਹੈ ਨਾ। ਮੈਂ ਇਹੋ ਜਿਹੀ ਗਲਤ ਲਿਖੀ ਹੈ ਸਾਧ ਸੰਗਤ 'ਚ, ਇਹ ਗਲਤ ਹੈ ਗੁਰੂ ਦੇ ਪਿਆਰੇ। ਇਹਨੂੰ ਗੁਰਬਾਣੀ ਨੂੰ ਘੋਖਿਆ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਪਤਾ ਜੇ ਕੀ? ਸਤਿਗੁਰੂ ਪ੍ਰਤਾਪ ਸਿੰਘ ਦਾ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਜੀ, ਜਿਹੜੀ ਤੁਹਾਨੂੰ ਗੁਰਬਾਣੀ ਦੀ ਸਮਝ ਨਾ ਆਵੇ ਉਹਨੂੰ 100 ਵਾਰੀ ਪੜ੍ਹਿਆ ਕਰੋ, ਤੁਹਾਨੂੰ ਅਰਥਬੋਧ ਆ ਜਾਏਗਾ ਉਹਦਾ ਸਾਧ ਸੰਗਤ 'ਚ, ਉਹਦਾ ਗਿਆਨ ਆ ਜਾਏਗਾ ਤੁਹਾਨੂੰ ਗੁਰੂ ਦੇ ਪਿਆਰੇ। ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਸਾਧ ਸੰਗਤ 'ਚ। ਦਾਸ ਪ੍ਰਾਰਥਨਾ ਕਰਦਾ ਪਿਆ, ਇਸ ਪੰਕਤੀ ਦੀ ਨਾ ਕੋਹ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਇੱਕ ਐਸੀ ਗੱਲਾਂ ਨੇ ਕਿ ਤੁਹਾਨੂੰ 10 20 30 40 50 60 ਸਾਲ ਤੋਂ ਪਤਾ ਜੋ ਆਹ ਕੀਤਾ ਸਾਧ ਸੰਗਤ 'ਚ, ਪਤਾ ਜੇ, ਯਾਦ ਹੈ। ਇੱਕ ਐਸੇ ਸੁਪਨੇ ਨੇ ਉਹ ਰਾਤ ਨੂੰ ਆਉਂਦੇ ਨੇ, ਦਿਨੇ ਭੁੱਲ ਜਾਂਦੇ ਨੇ ਸਾਧ ਸੰਗਤ 'ਚ। ਇੱਕ ਐਸੇ ਸੁਪਨੇ ਨੇ ਉਦੋਂ ਆਉਂਦੇ ਤਾਂ ਉਦੋਂ ਹੀ ਭੁੱਲ ਜਾਂਦੇ ਨੇ। ਤੇ ਰਵਿਦਾਸ ਭਗਤ ਕਹਿੰਦਾ ਕਹਿ ਰਵਿਦਾਸ ਭਇਓ ਜਬ ਲੇਖੋ, ਜਦੋਂ ਲੇਖਾ ਹੋਣਾ ਨਾ ਤੇ ਸਾਰਾ ਕੁਝ ਵੇਖ ਲਿਓ ਜੇ ਸਾਧ ਸੰਗਤ 'ਚ। ਉਹ ਗੱਲ ਆਹ ਕਹਿੰਦਾ ਜੇ ਪੈ ਸਾਨੂੰ ਗੁਰੂ ਦੇ ਪਿਆਰੇ। ਰਵਿਦਾਸ ਭਗਤ ਆਹ ਗੱਲ ਕਹਿੰਦਾ ਪੈ ਸਾਧ ਸੰਗਤ 'ਚ। ਇੱਥੇ ਹੀ ਸ਼ੰਕਾ ਪੈਦਾ ਹੋ ਗਿਆ। ਸਾਧ ਸੰਗਤ ਜੀ, ਦਾਸ ਪ੍ਰਾਰਥਨਾ ਕਰਦਾ ਪਿਆ, ਘੋਖਿਆ ਇਸ ਪੰਕਤੀ ਨੂੰ, ਲਾਇਆ ਜ਼ੋਰ ਆਪਣਾ। ਸਤਿਗੁਰਾਂ ਨੇ ਕਿਰਪਾ ਕੀਤੀ, ਤੁਹਾਡੀ ਸਾਧ ਸੰਗਤ ਦੀ ਕਿਰਪਾ ਹੋਈ, ਆਕਾਸ਼ ਬਾਣੀ ਹੋਈ। ਐ ਸ਼ੰਕਾਵਾਦੀ ਗੁਰਬਾਣੀ ਤੇ ਸ਼ੰਕਾ ਨਾ ਕਰ ਸਾਧ ਸੰਗਤ 'ਚ। ਇਹ ਗੁਰਬਾਣੀ ਉਹਨਾਂ ਨੇ ਲਿਖੀ ਹੈ ਜਿਹੜੇ ਉੱਥੇ ਪਹੁੰਚੇ ਨੇ ਸਾਧ ਸੰਗਤ 'ਚ। ਪਹੁੰਚੇ ਕਾਹਦੇ ਨਾਲ? ਆਪਣੀ ਰੂਹਾਨੀਅਤ ਦੇ ਨਾਲ ਗੁਰੂ ਦੇ ਪਿਆਰੇ। ਉਹਨਾਂ ਗਲਤ ਨਹੀਂ ਲਿਖੀ ਗੁਰੂ ਦੇ ਪਿਆਰੇ। ਇਹ ਤੇ ਸ਼ੰਕਾ ਨਾ ਕਰ। ਮੈਂ ਜੀ ਸ਼ੰਕਾ ਪੈਦਾ ਹੋ ਗਿਆ। ਕਿਸ ਤਰ੍ਹਾਂ ਸ਼ੰਕਾ ਪੈਦਾ ਹੋ ਗਿਆ ਸਾਧ ਸੰਗਤ 'ਚ? ਕਹਿੰਦੇ ਨੇ ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ, ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਨਸੀ ਤਿਤ ਵੇਲਾ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੈ ਨ ਦੇਣੀ ਭੇਤ, ਛੱਡ ਖੜੋਤੇ ਖਿਣੈ ਮਾਹੇ ਜਿਨਸੂ ਲੱਗਾ ਹੇਤ, ਹੱਥ ਮਰੋੜਾ ਤਨ ਕਪੈ ਸਿਆਹ ਹੋਆ ਸੇਤ, ਜਿਹਾ ਬੀਜੈ ਸੋਲਣਾ ਤੇ ਕਰਮਾ ਸੰਦੜਾ ਖੇਤ। ਸਾਧ ਸੰਗਤ 'ਚ ਕਦੇ ਹਿਸਾਬ ਲਾਇਆ ਜੇ? ਇਹ ਜਦੋਂ ਪ੍ਰਾਣੀ ਮਰਨ ਲੱਗਦਾ ਹੈ, ਕਈਆਂ ਦੀ ਲੈਟਰ ਨਿਕਲ ਜਾਂਦੀ ਹੈ ਸਾਧ ਸੰਗਤ 'ਚ। ਕਿਉਂ? ਕਈਆਂ ਦਾ ਰੰਗ ਨੀਲਾ ਪੀਲਾ ਹੋ ਜਾਂਦਾ ਹੈ। ਕਿਉਂ? ਕਈ ਹੱਥ ਪੈਰ ਮਾਰਨ ਲੱਗ ਪੈਂਦੇ ਨੇ, ਹੱਥ ਮਰੋੜਾ ਤਨ ਕਪੈ, ਹੱਥ ਮਰੋੜਦੇ ਨੇ, ਅੰਗੜਾਈਆਂ ਲੈਂਦੇ ਨੇ। ਕਿਉਂ? ਕਈਆਂ ਦਾ ਪਿਸ਼ਾਬ ਨਿਕਲ ਜਾਂਦਾ ਹੈ। ਕਿਉਂ? ਕਈਆਂ ਦੇ ਸਿੱਧਾਂ ਵੀ ਪ੍ਰਾਣ ਨਿਕਲ ਜਾਂਦੇ ਨੇ। ਕਿਉਂ? ਸਾਡੇ 'ਚ ਡਾਕਟਰ ਲੋਕ ਵੀ ਬੈਠੇ ਨੇ ਸਾਧ ਸੰਗਤ 'ਚ। ਆਪਾਂ ਗੁਰਬਾਣੀ ਤੇ ਵਿਚਾਰ ਕਰਨੀ ਹੈ ਗੁਰੂ ਦੇ ਪਿਆਰੇ। ਕਿਉਂ ਸਾਧ ਸੰਗਤ 'ਚ? ਆਕਾਸ਼ ਬਾਣੀ ਹੋਈ। ਸ਼ੰਕਾਵਾਦੀ ਗੁਰਬਾਣੀ ਤੇ ਸ਼ੰਕਾ ਨਾ ਕਰ ਸਾਧ ਸੰਗਤ 'ਚ। ਕਿਉਂ? ਆਕਾਸ਼ ਬਾਣੀ ਹੋਈ। ਇਹ ਤੁਹਾਨੂੰ ਕਿਤਾਬਾਂ 'ਚੋਂ ਨਹੀਂ ਗੱਲਾਂ ਮਿਲਣੀਆਂ, ਇਹ ਰੂਹਾਨੀਅਤ ਹੈ, ਸਤਿਗੁਰੂ ਦੀ ਰਹਿਮਤ ਹੈ। ਕਿਤਾਬਾਂ ਤੋਂ ਬਾਹਰ ਗੱਲਾਂ ਨੇ। ਇਹ ਪੰਜਵਾਂ ਵੇਦ ਹੈ ਸੰਤ ਸਾਧ ਸੰਗਤ 'ਚ। ਇਹ ਪੰਜਵਾਂ ਵੇਦ ਹੈ ਗੁਰੂ ਦੇ ਪਿਆਰੇ। ਵੇਦਾਂ 'ਚੋਂ ਲਿਖਤ ਹੈ। ਇਹਨਾਂ ਤੁਹਾਨੂੰ ਨਵੀਂ ਗੱਲ ਸੁਣਾਉਣੀ ਹੈ ਵੇਦਾਂ ਤੋਂ ਬਾਹਰ ਸਾਧ ਸੰਗਤ 'ਚ। ਪੰਜਵਾਂ ਵੇਦ ਹੈ ਗੁਰੂ ਦੇ ਪਿਆਰੇ। ਦਾਸ ਪ੍ਰਾਰਥਨਾ ਕਰਦਾ ਪਿਆ, ਆਕਾਸ਼ ਬਾਣੀ ਹੋਈ। ਇਹ ਸ਼ੰਕਾਵਾਦੀ, ਇਹ ਜਦੋਂ ਦਾ ਮੈਂ ਉਸ ਅਕਾਲ ਪੁਰਖ ਦੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਦੋਂ ਤੋਂ ਲੈ ਕੇ ਮਨੁੱਖ ਦੀ ਪੈਦਾਇਸ਼ ਤੇ ਮਨੁੱਖ ਵੀ ਮੇਰੀ ਖੋਜ ਕਰਦਾ ਪਿਆ। ਮਨੁੱਖ ਪਿਆ ਖੋਜ। ਤੁਹਾਨੂੰ ਪਤਾ ਹੈ ਅੱਜ ਦੀ ਸਾਇੰਸ ਅਸਮਾਨ ਤੇ ਉੱਪਰ ਚੁੱਕੀ ਹੈ ਸਾਧ ਸੰਗਤ 'ਚ। ਇੰਨੀ ਸਾਇੰਸ ਵੱਧ ਚੁੱਕੀ ਗੁਰੂ ਦੇ ਪਿਆਰਿਓ। ਦਾਸ ਬੇਨਤੀ ਕਰਦਾ ਪਿਆ, ਪਹਿਲਾਂ ਤੁਹਾਡੇ ਕੁਛ ਸੀ, ਚਲੋ ਤੁਹਾਡੀ ਤੇ ਬਹੁਤ ਐਡਵਾਂਸ ਹੈ ਨਾ ਕੰਟਰੀ ਤੁਹਾਡੀ ਸਾਧ ਸੰਗਤ ਜੀ। ਜਦੋਂ ਸਾਡੇ ਪਿੰਡਾਂ 'ਚ ਨਾ ਰੇਡੀਓ ਆਏ ਨਾ ਤੇ ਲੋਕਾਂ ਨੇ ਵੇਖਣ ਜਾਣਾ, ਬੱਲੇ ਬੱਲੇ ਵੇਖੋ ਦਿੱਲੀ ਤੋਂ ਬੋਲਦੇ ਨੇ ਪਏ, ਵੇਖੋ ਬਾਹਰਲੇ ਮੁਲਕਾਂ ਤੋਂ ਬੋਲਦੇ ਨੇ ਪਏ। ਹੈਰਾਨ ਹੋਣਾ ਕਰਨਾ ਸਾਧ ਸੰਗਤ 'ਚ, ਹੈਰਾਨ ਹੋਣਾ ਕਰਨਾ ਗੁਰੂ ਦੇ ਪਿਆਰੇ। ਅੱਜ ਕੀ ਗੱਲਾਂ ਜੇ? ਫਿਰ ਤੁਸੀਂ ਟੈਲੀਵਿਜ਼ਨ ਆ ਗਏ, ਤੁਹਾਡੇ ਸਾਧ ਸੰਗਤ ਵੇਖੋ ਮੂਰਤਾਂ ਆਉਣ ਲੱਗ ਪਈਆਂ ਨੇ।
ਫਿਰ ਹੈਰਾਨ ਹੋਣਾ ਕਰਨਾ ਸਾਧ ਸੰਗਤ 'ਚ। ਹੁਣ ਤੁਸੀਂ ਕੀ ਕਰਤਾ ਆ ਮੋਬਾਈਲ ਕੱਢ ਦਿੱਤੇ ਨੇ ਸਾਧ ਸੰਗਤ 'ਚ, ਉਦੋਂ ਅੱਗੇ ਚਲੇ ਗਏ ਹੋ। ਫਿਰ ਹੁਣ ਕੀ ਕਰਦਾ ਤੁਸੀਂ ਕੰਪਿਊਟਰ ਕੱਢਦੇ ਨੇ ਸਾਧ ਸੰਗਤ 'ਚ। ਆਕਾਸ਼ ਬਾਣੀ ਦੀ ਡਾਇਰੈਕਟ ਗੱਲ ਹੁੰਦੀ ਹੈ ਪਈ, ਡਾਇਰੈਕਟ ਗੱਲ ਹੁੰਦੀ ਪਈ ਸਾਧ ਸੰਗਤ 'ਚ, ਭਗਵਾਨ ਨਾਲ ਗੱਲ ਹੁੰਦੀ ਹੈ ਪਈ। ਭਗਵਾਨ ਕਹਿੰਦਾ ਇਹ ਸ਼ੰਕਾਵਾਦੀ ਉਹ ਜਿਹੜੇ ਤੁਹਾਡੇ ਕੰਪਿਊਟਰ ਨੇ, ਉਹ ਤੁਸੀਂ ਜਿਨ੍ਹਾਂ ਦਾ ਲੇਖਾ ਚਾਖਾ ਚੱਲਦਾ, ਤੁਸੀਂ ਬੈਂਕਾਂ 'ਚ ਜਾਂਦੇ ਹੋ, ਜੇ ਤੁਸੀਂ ਪੈਸੇ ਜਮ੍ਹਾਂ ਕਰਾਣੇ ਨੇ ਜਾ ਕੇ ਧਰ ਦਿੰਦੇ ਹੋ, ਜਾ ਕੇ ਬਟਨ ਦੱਬ ਦਿੰਦੇ ਹੋ ਤੇ ਤੁਹਾਡੇ ਖਾਤੇ ਚੜ੍ਹ ਜਾਂਦੇ ਨੇ ਜਾ ਕੇ ਸਾਧ ਸੰਗਤ 'ਚ। ਕਢਾਣੇ ਨੇ ਜਾ ਕੇ ਤੁਸੀਂ ਇਸ ਤਰ੍ਹਾਂ ਕਰ ਲੈਂਦੇ ਹੋ ਗੁਰੂ ਦੇ ਪਿਆਰਿਓ। ਪੁਰਾਣਾ ਖਾਤਾ ਵੇਖਣਾ ਤੁਸੀਂ ਤੇ ਆਪਣੇ ਕੰਪਿਊਟਰ ਕੱਢ ਕੇ ਤੁਸੀਂ ਉਹ ਸਾਰਾ ਵੇਖ ਲੈਂਦੇ ਹੋ ਸਾਧ ਸੰਗਤ 'ਚ। ਉਹ ਭਗਵਾਨ ਕਹਿੰਦਾ ਸ਼ੰਕਾਵਾਦੀ, ਜਦੋਂ ਮੈਂ ਇਸ ਜੀਅ ਨੂੰ ਪੈਦਾ ਕਰਨਾ ਇਹਨੂੰ ਮੈਂ ਕੰਪਿਊਟਰ 'ਚੋਂ ਕੱਢ ਦੇਣਾ ਸਾਧ ਸੰਗਤ 'ਚ, ਇਹਨੂੰ ਕੰਪਿਊਟਰ 'ਚੋਂ ਕੱਢ ਦੇਣਾ। ਉਹ ਜਦੋਂ ਜੀਅ ਲੱਗਦਾ ਨਾ ਮਰਨ, ਉਹ ਸਾਰੀ ਜ਼ਿੰਦਗੀ ਦਾ ਮੈਂ ਤਾਂ ਕੰਪਿਊਟਰ ਕਰ ਦੇਣਾ। ਆਹ ਪੁੱਤ ਕਰਦਾ ਰਿਹਾ ਤੂੰ, ਦਰਦ ਦਾ ਪਿਸ਼ਾਬ ਨਿਕਲ ਜਾਂਦਾ, ਮੈਂ ਆਹ ਕੀਤਾ, ਹੱਥ ਮਰੋੜਾ ਤਨ ਕਪੈ, ਹੱਥ ਮਰੋੜਨ ਲੱਗ ਪੈਂਦਾ, ਆਹ ਕਰਦਾ ਰਿਹਾ ਮੈਂ। ਉਹ ਕੰਪਿਊਟਰ ਅੱਗੇ ਆ ਗਿਆ ਨਾ, ਵਹਿੰਦਾ ਪਿਆ ਖਾਤਾ ਆਪਣਾ ਖਾਤਾ ਵਹਿੰਦਾ ਪਿਆ, ਮੈਂ ਆਹ ਕਰਦਾ ਰਿਹਾ। ਮੈਂ ਚੇਤਾਵਨੀ ਕਿਸ ਗੱਲ ਦੀ ਤੁਹਾਨੂੰ ਦੇਣੀ ਹੈ ਵੀ ਸਾਡੇ ਸਾਰੇ ਕੰਪਿਊਟਰ ਲੱਗੇ ਜੇ ਸਾਧ ਸੰਗਤ 'ਚ, ਮਾਰਿਓ ਨਾ ਜਾਏ ਕਿਤੇ ਗੁਰੂ ਦੇ ਪਿਆਰੇ। ਹਾਂਜੀ, ਇਹ ਸਾਰੇ ਕੰਪਿਊਟਰ ਲੱਗੇ ਜੇ ਸਾਧ ਸੰਗਤ 'ਚ, ਕਿਤੇ ਭੁਲੇਖੇ 'ਚ ਰਹਿ ਜੀ, ਕਿਤੇ ਆਪਾਂ ਪਤਾ ਨਹੀਂ ਲੱਗਦਾ ਪਿਆ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤਾ ਉਹ ਵਿਧਾਨ ਸੰਸਾਰ ਤੇ ਅਸਚਰਜ ਗੱਲ ਕਿਹੜੀ ਏ, ਉਹ ਭਗਵਾਨ ਵੇਂਦਾ ਪਿਆ ਤੇ ਸਾਨੂੰ ਪਤਾ ਨਹੀਂ ਲੱਗਦਾ ਪਿਆ। ਬਸ ਆਹ ਅਸਚਰਜ ਗੱਲ ਜੇ ਸੰਸਾਰ ਦੇ ਸਾਧ ਸੰਗਤ 'ਚ। ਉਹ ਜਦੋਂ ਇਹ ਪਤਾ ਲੱਗਦਾ ਤਾਂ ਤੁਸੀਂ ਆਪਣੀ ਮਾਣਾਵੀਆਂ ਕਰਨੀਆਂ ਪਏ। ਤੇ ਮੈਂ ਕਹਿੰਦਾ ਸੱਜਣੋ, ਆਪਣੇ ਬਾਥਰੂਮ 'ਚ ਵੇਖਿਆ ਕਰੋ ਵੀ ਇੱਥੇ ਵੀ ਸਤਿਗੁਰੂ ਦਾ, ਇੱਥੇ ਵੀ ਇਸੇ ਵਾਸਤਾ ਸਤਿਗੁਰੂ ਦਾ ਸਾਧ ਸੰਗਤ 'ਚ, ਇੱਥੇ ਵੀ ਸਤਿਗੁਰੂ ਹੈ। ਬਾਥਰੂਮਾਂ ਦੇ ਵਿੱਚ ਹੀ ਵੇਖਿਆ ਕਰੋ, ਜਿੱਥੇ ਲੋਕੇ ਆਪਣਾ ਇਸ਼ਨਾਨ ਪਾਣੀ ਪੜਦੇ ਨਾ ਕਰ ਦੋ, ਉੱਥੇ ਵੀ ਆਖਿਆ ਕਰੋ ਇੱਥੇ ਵੀ ਭਗਵਾਨ ਹੈ, ਇੱਥੇ ਵੀ ਭਗਵਾਨ ਹੈ ਸਾਧ ਸੰਗਤ 'ਚ। ਤੁਹਾਡਾ ਗਿਆਨ ਇਹ ਕਹਿੰਦਾ ਪਿਆ ਗੁਰੂ ਦੇ ਪਿਆਰੇ। ਇਸ ਵਾਦਾਸ ਪ੍ਰਾਰਥਨਾ ਕਰਦਾ ਪਿਆ ਸਾਡੇ ਸਾਰੇ ਕੰਪਿਊਟਰ ਲੱਗੇ ਜੇ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਨਾਨਕ ਆਖੈ ਰੇਵਣਾ, ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ, ਤਲਬਾ ਪੌਸਨ ਆਕੀਆਂ, ਬਾਕੀ ਜਿਨਾ ਰਹੀ, ਅਜ਼ਰਾਈਲ ਫਰੇਸ਼ਤਾ ਹੋਸੀ ਆਏ ਤਈ, ਆਵਣ ਜਾਣ ਨਾ ਸੁੱਜੀ ਪੀੜੀ, ਗਲੀ ਫਹੀ ਤੇ ਕੂੜ ਨ ਖੁੱਟਿਆ ਨਾਨਕਾ। ਵੜ ਕੇ ਸੱਚ ਰਹਿ ਜਾਣਾ ਸਾਧ ਸੰਗਤ 'ਚ। दे किवाड़ अणक पढ़दे मैं परदारा संग फाकै, ते चित्रगुप्त जब लेखा मांगा तब कौन पढ़दा तेरा ढाकै। कौन पढ़दा ढकेगा साध संगत च। इस वास्ते दस प्रार्थना करदा पै सजनो, उस अकाल पुरख नूं भगती दा अर्थ कीता साध संगत च। हाजर नाजर समझो, वो जिहड़ी पाप दी बीमारी है उथों साध संगत ने नहीं बचा सकना, उथों नाम ने नहीं बचा सकना, उथों गुरबाणी ने नहीं बचा सकना, उथों किसी संत महात्मा ने नहीं बचा सकना। उथों कौन बचावेगा जे तुहाडे मन च दृढ़ विश्वास है कि वो जिहड़ा अकाल पुरख है, जिन्हों मैं अंतरजामी कहना, जिन्हों मैं सर्वशक्तिमान कहना, जिन्हों मैं सर्वव्यापक कहना, वो वेंदा पे मेरे वालों साध संगत च, वो बचाएगा गुरु दे प्यारे। जे तुहाडे मन च नहीं, मनुख दे मन च नहीं, दुनिया की कोई ताकत नहीं पाप तो बचाने वाली साध संगत च। इस वास्ते रविदास भगत जी कहते हैं पे मिलत प्यारो प्राणनाथ कवन भगत ते साध संगत च। इस वास्ते आप सारे सजना के चरणों च बेनती है, गुरबाणी दे विच हजूर पातशाह ने संतां महात्मा ने बड़ी बड़ी कृपा की है, पर मनुख फिर भी बाज नहीं आउंदा पिया साध संगत च। हजूर पातशाह गुरु गोबिंद सिंह सच्चे पातशाह अरंग सेब नूं कहंदे ने, अरंग सेब तुरा तुर को वासी व मुकरो रहा ते मरा चरा साजी व सिद्ध को सफा। अरंग सेब ओए सारे संसार की दौड़ लगदी है पई, ते नाल कहंदे रंग सेब तेरी भी दौड़ ते मेरी भी दौड़ लगदी पई साध संगत च। पहला कहंदे ने तुरा तुर को वासी व मुकरो रहा, रंग सेब वो तेरी दौड़ लगदी है पई ते नाल मेरी दौड़ लग, संसार की दौड़ लगदी है पई, ते हुण कहंदे ने तेरी भी लग ते मेरी भी दौड़ लगदी पई साध संगत च। तेरी दौड़ का दी है छाल ते कपड़ दी साध संगत च, तेरी दौड़ छाल ते कपड़ दी है, ते मेरी दौड़ का दी है सिद्क ते ईमान दी साध संगत च। दौड़ सब दी लांदे पे गुरु दे प्यारे, पेट सारे भरदे नहीं पे, सब भरने पे, पर पेट भरन भरन च फर्क है साध संगत च। इस वास्ते आप सारे सजना के चरणों च बेनती है, इस रविदास भगत के हुक्म के अनुसार दास दी आप जी बख्शी बुद्धि के अनुसार कहते ने कह रविदास भयो जब लेखो, जोई जोई कीनो सोई सोई देखियो, आ जो जो कर दो सारा वेख लियो जे साध संगत च।
ਤੁਹਾਡੇ ਅੱਗੇ ਆ ਜਾਣਾ ਗੁਰੂ ਦੇ ਪਿਆਰਿਓ। ਇਹਨਾਂ ਵਾਕਾਂ ਦੇ ਅਨੁਸਾਰ ਜੋੜੋ ਮਨਾਂ ਨੂੰ, ਲੜੀਵਾਰ ਗੁਰ ਇਤਿਹਾਸ ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਇਸ ਸੂਰਜ ਪ੍ਰਕਾਸ਼ ਗ੍ਰੰਥ 'ਚ ਬਿਆਨ ਕਰ ਰਹੇ ਨੇ, ਆਪ ਸਰਵਣ ਕਰਦੇ ਆ ਰਹੇ ਹੋ। ਰਸਨਾ ਕਰਕੇ ਗੁਰ ਸਿਮਰਨ ਕਰੋ, ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਣ ਕਰੋ। ਕਿਉਂ ਬੈਠੀ ਤੁਮ ਕੌਣ ਹੋ, ਗਮਨੋ ਨਿਜ ਨਿਜ ਥਾਏ। ਗੁਰੂ ਨਾਨਕ ਸੱਚੇ ਪਾਤਸ਼ਾਹ ਕਲਯੁਗ ਦੇ ਜੀਵਾਂ ਦੀ ਪਰਖ ਕਰਦੇ ਨੇ, ਸਿੱਖੀ ਦੀ ਪਰਖ ਕਰਦੇ ਨੇ। ਸਾਧ ਸੰਗਤ 'ਚ ਤੁਹਾਡਾ ਪ੍ਰਕਰਨ ਚੱਲਦਾ ਪਿਆ, ਇਹ ਸਿੱਖੀ ਦੇ ਭਾਗ ਨਾਲ ਕਰ ਦਿਓ ਜੋੜ ਗੁਰੂ ਦੇ। ਜਿਹੜਾ ਤੁਹਾਡਾ ਪ੍ਰਕਰਨ ਚੱਲਦਾ ਨਾ, ਜਦੋਂ ਤੁਸੀਂ ਕੈਸ ਦੇਖਦੇ ਹੋ ਤੇ ਭਾਗ ਲਿਖ ਦਿਓ ਜੇ ਨਾਲ, 1 ਭਾਗ 2 ਭਾਗ 3 ਭਾਗ ਤੁਹਾਡੇ ਵਿੱਚ ਆ ਜਾਣਗੇ। ਸਾਧ ਸੰਗਤ 'ਚ ਅੱਜ ਕਿਤਨਾ ਦਿਨ ਹੈ ਇਹ ਤੁਸੀਂ ਹਿਸਾਬ ਲਾ ਲੈਣਾ ਆਪਣਾ ਗੁਰੂ ਦੇ ਪਿਆਰਿਓ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਜਿਹੜੇ ਕਿ ਸਿੱਖ ਸੀ, ਕਿਵੇਂ ਭਿਆਨਕ ਡਰਾਉਣਾ ਸਰੂਪ ਧਾਰਨ ਕੀਤਾ। ਸਾਰੇ ਸਿੱਖ ਇਸ ਤਰ੍ਹਾਂ ਸੱਚੇ ਪਾਤਸ਼ਾਹ ਸੰਗ ਸਾਥ ਛੱਡ ਗਏ ਨੇ। ਤੇ ਹੁਣ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਕਾਹਦੇ ਵਾਸਤੇ ਬੈਠੇ ਹੋ? ਜਿਹੜੇ ਕੋਈ ਰਹਿ ਗਿਆ ਹੋਏਗਾ ਉੱਥੇ ਕਿਉਂ ਬੈਠੇ ਹੋ ਤੁਸੀਂ? ਕਾਜ ਤੁਮਾਰੋ ਨੈ ਕਛੂ, ਤੂਰਨ ਨਿਜ ਸੋਤਾਏ। ਤੁਸੀਂ ਇੱਥੋਂ ਚਲੇ ਜਾਓ। ਸਾਧ ਸੰਗਤ 'ਚ ਤੁਹਾਡਾ ਮੇਰਾ ਕੋਈ ਕਾਜ ਨਹੀਂ ਗੁਰੂ ਦੇ ਪਿਆਰਿਓ, ਚਲੇ ਜਾਓ ਤੁਸੀਂ ਇੱਥੋਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਐਸਾ ਸਾਂਗ ਰੰਭਿਆ, ਕਹਿੰਦੇ ਚਲੇ ਜਾਓ ਤੁਸੀਂ ਇੱਥੋਂ ਸਾਰੇ। ਡਰਤ ਜੋਰ ਕਰ ਸੇਖਣ ਪਾਖਾ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਤੁਸੀਂ ਸਰਵਣ ਕਰ ਚੁੱਕੇ, ਸੂਰੀਆਂ ਰੱਖੀਆਂ ਨੇ, ਕੁੱਤੀਆਂ ਰੱਖੀਆਂ ਨੇ, ਲੱਕ ਆਪਣੇ ਛੁਰਾ ਬੱਧਾ ਹੋਇਆ ਹੈ, ਭਿਆਨਕ ਡਰਾਉਣਾ ਸਰੂਪ ਧਾਰਨ ਕੀਤਾ ਹੋਇਆ ਹੈ। ਡਰਦੇ ਡਰਦੇ ਸਿੱਖ ਭਾਵ ਬਚਨ ਲੱਗੇ ਕਰਨ, ਹਮ ਤੁਮਰੇ ਸਿੱਖ ਪੈ ਗਤ ਕਾਖਾ। ਕਹਿੰਦਾ ਸੱਚੇ ਪਾਤਸ਼ਾਹ ਸੀ ਤੁਹਾਡੇ ਸਿੱਖਾਂ ਸੀ, ਤੁਹਾਡੇ ਸਾਧ ਸੰਗਤ 'ਚ ਤੁਸੀਂ ਕੌਣ? ਕਹਿੰਦੇ ਸੀ ਤੁਹਾਡੇ ਸਿੱਖਾਂ ਸੱਚੇ ਪਾਤਸ਼ਾਹ। ਜਬੇ ਸਿੱਖ ਕੋ ਨਾਮ ਸੁਲੇ। ਜਿਹੜਾ ਵੀ ਕਹਿੰਦਾ ਨਾ ਮੈਂ ਤੁਹਾਡਾ ਸਿੱਖ ਹਾਂ ਤੇ ਅਸੀਂ ਤੁਹਾਡੇ ਸਿੱਖ ਹਾਂ, ਕੁਤ ਕਾ ਏਕ ਪੀਠ ਮੈਂ ਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਉਹਨਾਂ ਕੋਲ ਤੁਸੀਂ ਸੁਣਦੇ ਹੋ ਨਾ, ਲੰਮਾ ਸਾਰਾ ਮੋਟਾ ਸਾਰਾ ਸੋਟਾ ਰੱਖਿਆ, ਮਾਰਦੇ ਨੇ ਪਾ ਕੇ ਲੱਕ 'ਚ। ਸਾਧ ਸੰਗਤ 'ਚ ਜਿਹੜਾ ਕਹਿੰਦਾ ਤੂੰ ਮੇਰਾ ਸਿੱਖ ਹੈ, ਅਸੀਂ ਤੇਰੇ ਸਿੱਖ ਹਾਂ। ਸਾਧ ਸੰਗਤ 'ਚ ਮੈਂ ਅਰਜ਼ ਕਰ ਬੈਠਾ ਤੁਹਾਨੂੰ, ਤੁਸੀਂ ਇੱਥੋਂ ਲੰਘਦੇ ਹੋ। ਹੁਣ ਸਾਧ ਸੰਗਤ ਸਿੱਖੀ ਚੋਂ ਗੁਰੂ ਦੇ ਪਿਆਰੇ ਜਿਹੜਾ ਸਾਗੁਰੂ ਜਗਜੀਤ ਸਿੰਘ ਨੇ ਕਿਰਪਾ ਰੱਖੀ ਕਰਦਾ ਨਾ ਪਿਆ, ਇੱਥੋਂ ਲੰਘਦੇ ਹੋ ਤੁਸੀਂ, ਤਗੜੇ ਹੋ ਕੇ ਰਹਿਣਾ। ਸਾਧ ਸੰਗਤ ਜੀ ਉਹ ਜਿਹੜਾ ਕਹਿੰਦਾ ਨਾ, ਮਾਰਦੇ ਨੇ ਲੱਕ ਦੇ ਵਿੱਚ ਉਹਦੇ ਡੰਡਾ ਕੱਸ ਕੇ। ਆਸ ਗਾਤ ਸ੍ਰੀ ਗੁਰ ਕੀ ਜੇ ਸਭ ਦੇਖਾ। ਸਾਰੇ ਹੈਰਾਨ, ਅਸੀਂ ਗੱਲ ਕਿਹੜੀ ਕਰਨਾ ਪਿਆ? ਉਹਦਾ ਜਵਾਬ ਅੱਗੋਂ ਡੰਡਾ ਡਾਂਗ ਮਿਲਦੀ ਹੈ, ਪਿਓ ਦੀ ਸੋਟਾ ਮਿਲਦਾ, ਡਾਂਗੋ ਜਵਾਬ ਪਿਆ ਉਹਦਾ। ਭਾਗੇ ਮਨ ਪੈ ਪਿਓ ਵਸ਼ੇਖਾ। ਸਾਧ ਸਿੰਘ ਚੱਲਣਾ ਤੁਰਨਾ ਸ਼ੁਰੂ ਕਰ ਦਿੱਤਾ ਉੱਥੋਂ। ਈਖ ਦਹੀਂ ਬੈਠੇ ਰਹਿ ਗਏ। ਕਹਿੰਦੇ ਨੇ ਕੁਛ ਰਹਿ ਗਏ। ਸਾਧ ਸੰਗਤ ਜੀ ਭਾਗ ਬਹੁਤ ਚਲੇ ਗਏ। 300 ਪੁਨ ਪੂਛਤ ਪ੍ਰਭੂ ਪਏ। ਉਹ ਜਿਹੜੇ ਕੁਛ ਰਹਿ ਗਏ ਨਾ, ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੁਖਾਤਬ ਕਰਦੇ ਹਨ। ਕਬ ਕੇ ਸਿੱਖ ਬਣੇ ਹੋ ਮੇਰੇ। ਉਹ ਜਿਹੜੇ ਕਹਿੰਦੇ ਨੇ ਪਰ ਤੁਸੀਂ ਅਸੀਂ ਤੁਹਾਡੇ ਸਿੱਖ ਹਾਂ, ਤੇ ਕਹਿੰਦੇ ਨੇ ਕਦੋਂ ਦੇ ਸਿੱਖ ਬਣੇ ਹੋ ਤੁਸੀਂ ਮੇਰੇ? ਦਿਓ ਬਤਾਏ ਨ ਲਾਵੋ ਦੇਰੇ। ਛੇਤੀ ਕਰੋ, ਮੈਨੂੰ ਦੱਸੋ ਤੁਸੀਂ ਕਦੋਂ ਦੇ ਮੇਰੇ ਸਿੱਖ ਹੋ? ਸੁਣ ਕਾ ਸਿੱਖਣ ਬੈਣ ਅਲਾਏ। ਬੜੇ ਪਿਆਰ ਦੇ ਨਾਲ ਸਤਿਕਾਰ ਨਾਲ ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਹੈ ਤਬ ਕੀ ਜਬ ਆਪ ਬਣਾਏ। ਅਸੀਂ ਉਦੋਂ ਦੇ ਸਿੱਖ ਆ ਜਦੋਂ ਤੁਸੀਂ ਬਣਾਏ ਨੇ। ਸਾਧ ਸੰਗਤ 'ਚ ਜਦੋਂ ਤੁਸੀਂ ਸਿੱਖ ਬਣਾਇਆ ਨਾ, ਅਸੀਂ ਉਦੋਂ ਦੇ ਤੁਹਾਡੇ ਸਿੱਖ ਬਣੇ ਹੋਏ ਹਾਂ। ਰਾਵਰ ਕੋ ਪਰਵਾਹ ਨ ਕੋਈ। ਐ ਸੱਚੇ ਪਾਤਸ਼ਾਹ ਆਪ ਨੂੰ ਤੇ ਪਰਵਾਹ ਨਹੀਂ ਕਿਸੇ ਗੱਲ ਦੀ, ਆਪ ਨੂੰ ਨਹੀਂ ਕਿਸੇ ਪ੍ਰਕਾਰ ਦੀ ਇਸ ਗੱਲ ਦੀ ਲੋੜ। ਸ਼ਰਨ ਪਰੇ ਹਮ ਚਾਹੇ ਦੁੱਖ ਖੋਈ। ਇਸ ਵਾਸਤੇ ਅਸੀਂ ਆਪ ਦੀ ਸ਼ਰਨ ਵਿੱਚ ਆਏ ਹਾਂ, ਅਧਿਆਤਮਕ ਦੁੱਖ, ਅਧਿਦੇਵ ਦੁੱਖ, ਅਧਿਭੂਤ ਦੁੱਖਾਂ ਨੂੰ ਦੂਰ ਕਰਨ ਦੇ ਵਾਸਤੇ। ਕਹਤੇ ਕੰਪ ਬਚਨ ਨ ਆਵੇ। ਨਾਲੇ ਸਿੰਘ ਕਹਿੰਦੇ ਨਾਲੇ ਕਰਦੇ ਨਾ, ਬਚਨ ਵੀ ਡਰਦੇ ਨਹੀਂ ਹੁੰਦਾ ਪਿਆ। ਸਾਧ ਸੰਗਤ ਜੀ ਉਦੋਂ ਜਾਪਦਾ ਨਾ ਪਿਆ ਤੇ ਡੰਡਾ ਪੈਣਾ ਲੱਕ 'ਚ। ਸਾਧ ਸੰਗਤ 'ਚ ਇਹਨੇ ਡਰਦੇ ਨੇ, ਘਬਰਾਉਂਦੇ ਨੇ ਸਿੱਖ ਪਏ। ਤੇਜ ਦਿਪਤ ਸੋ ਸਿਓ ਨ ਜਾਵੇ। ਇਹਨਾਂ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਹਨਾਂ ਸਤਿਗੁਰਾਂ ਦਾ ਤੇਜ ਹੈ, ਉਹਦੇ ਵੱਲ ਵੇਖਿਆ ਨਹੀਂ ਜਾਂਦਾ ਪਿਆ, ਸਿਆ ਨਹੀਂ ਜਾਂਦਾ ਪਿਆ। ਸੁਣੇ ਪ੍ਰਭੂ ਪੁਨ ਕੇਤ ਕਮਾ ਕੁਤ ਕਾ ਮਾਰ। ਜਦੋਂ ਉਹ ਕਹਿੰਦੇ ਨੇ ਨਾ, ਕੋਈ ਪ੍ਰੇਮ ਦੀ ਗੱਲ ਕਰਦੇ ਨੇ ਤੇ ਸੱਚੇ ਪਾਤਸ਼ਾਹ ਦੇ ਕੋਲ ਪਿਆਰ ਕਰਦੇ ਨੇ, ਜਾਂਦੇ ਨੇ, ਤਾਂ ਉਹਦੀ ਸੱਚੇ ਪਾਤਸ਼ਾਹ ਲੱਕ 'ਚ ਸੋਟਾ ਮਾਰ ਦਿੰਦੇ ਨੇ। ਭਾਗੇ ਸਿੱਖ ਨਾ ਤੀਰ ਸੰਭਾਰ। ਹੁਣ ਉੱਥੇ ਖਲੋਂਦੇ ਨਹੀਂ ਪਏ ਸਿੱਖ। ਸਾਧ ਸੰਗਤ 'ਚ ਭਜਣਾ ਸ਼ੁਰੂ ਕਰਤਾ ਗੁਰੂ ਦੇ ਪਿਆਰਿਓ। ਹੋਏ ਤਾਂ
ਕੁਤਕਾ ਲੱਗੇ ਹੋਏ ਤਨ ਪੀਰਾ। ਜਦੋਂ ਸੱਚੇ ਪਾਤਸ਼ਾਹ ਇੰਨਾ ਸੋਟਾ ਮਾਰਦੇ ਨੇ, ਇੰਨਾ ਡੰਡਾ ਮਾਰਦੇ ਨੇ, ਲੱਕ 'ਚ ਬਹੁਤ ਦਰਦ ਪੀੜ ਹੋਣ ਲੱਗ ਪੈਂਦੀ ਹੈ। ਟਿਕਤੇ ਭਾਗਾ ਹੋਏ ਅਧੀਰਾ। ਅਤੀਰਜ ਹੋ ਗਏ ਸਾਧ ਸੰਗਤ 'ਚ ਵੀ ਚਲੋ ਇੱਕ ਵਾਰੀ ਹੋ ਗਿਆ, 2 ਵਾਰੀ ਹੋ ਗਿਆ, ਇਹ ਆਪਣੀ ਗੱਲ ਨੂੰ ਛੱਡਦੇ ਨਹੀਂ ਪਏ ਸਾਧ ਸੰਗਤ 'ਚ। ਘੜੀ ਘੜੀ ਉਸ ਤਰ੍ਹਾਂ ਹੀ ਹੋਈ ਜਾਂਦਾ ਪਿਆ, ਘੜੀ ਘੜੀ ਉਸ ਤਰ੍ਹਾਂ ਹੋ ਜਾਂਦਾ। ਭਾਵ ਕੋਈ ਸਿੱਖ ਅਤੀਰਜ ਹੋ ਗਏ, ਹੌਸਲਾ ਛੱਡ ਦਿੱਤਾ, ਉਹ ਜਾਣੇ ਸ਼ੁਰੂ ਹੋਣ ਲੱਗੇ। ਥੋੜੇ ਹੀ ਬੈਠੇ ਜਬ ਰਹੇ। ਕਹਿੰਦੇ ਨੇ ਥੋੜੇ ਜਿਹੇ ਰਹਿ ਗਏ ਸਿੱਖ, ਤਿਨ ਪ੍ਰਤ ਸ੍ਰੀ ਗੋਰੇ ਅਸ ਬਚ ਕਹੇ। ਉਹਨਾਂ ਨੂੰ ਸੱਚੇ ਪਾਤਸ਼ਾਹ ਮੁਖਾਤਬ ਕਰਕੇ ਕਹਿਣ ਲੱਗੇ, ਜੇ ਤੁਮ ਸਿੱਖ ਬਣੇ ਹੋ ਮੇਰੇ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਜੋ ਕਹਿੰਦੇ ਪਏ ਅਸੀਂ ਤੁਹਾਡੇ ਸਿੱਖ ਹਾਂ, ਅਸੀਂ ਤੁਹਾਡੇ ਸਿੱਖ ਹਾਂ, ਜੇ ਤੁਸੀਂ ਮੇਰੇ ਸਿੱਖ ਬਣੇ ਹੋ ਐਸ ਮਾਨੋ ਕਰੋ ਨ ਦੇਰੇ। ਛੇਤੀ ਕਰੋ ਫਿਰ। ਮੇਰੀ ਜੇ ਇਹ ਗੱਲ ਹੈ ਤੁਸੀਂ ਮੇਰੇ ਸਿੱਖ ਹੋ ਤੇ ਮੇਰਾ ਹੁਕਮ ਮੰਨੋ। ਉਠਿਆਓ ਸਭ ਮੋਰ ਪਸ਼ੇਰੇ। ਤੁਸੀਂ ਇਸ ਤਰ੍ਹਾਂ ਕਰੋ, ਉੱਠ ਕੇ ਤੇ ਮੇਰੇ ਮਗਰ ਆਓ ਫਿਰ ਸਾਧ ਸੰਗਤ 'ਚ। ਇਤਿਹਾਸ ਸੁਣੋ ਜੀ ਕੈਸਾ ਗੁਰੂ ਦੇ ਪਿਆਰੇ ਕਹਿੰਦੇ ਜੇ ਤੁਸੀਂ ਮੇਰੇ ਸਿੱਖ ਹੋ ਨਾ, ਉੱਠ ਕੇ ਮੇਰੇ ਪਿੱਛੇ ਆ ਜਾਓ ਫਿਰ। ਕਹਿਓ ਗਮਨੇ ਗੁਰੂ ਅਗੇਰੇ। ਜਦੋਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਇੰਨੀ ਗੱਲ ਆਖੀ, ਤੁਹਾਡਾ ਇਤਿਹਾਸ ਕਹਿੰਦਾ ਪਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੇ ਲੱਗ ਪਏ, ਜਿਹੜੇ ਸਿੱਖ ਸੀ ਨਾ ਉੱਥੇ ਕੁਛ ਰਹਿੰਦੇ ਉਹ ਪਿੱਛੇ ਚੱਲ ਪਏ। ਜੀਤਕ ਰਹੇ ਸਿੱਖ ਤੈ ਥਾਈ। ਜਿਹੜੇ ਕਿ ਸਿੱਖ ਉੱਥੇ ਰਹਿ ਗਏ ਕੁਛ ਹਜ਼ੂਰੀ ਦੇ ਵਿੱਚ। ਚਕੇਤ ਜਕੇਤ ਸੋ ਪਿੱਛੇ ਜਾਹੀ। ਤੁਰਦੇ ਹਨ ਪਰ ਡਰਦੇ ਨੇ ਸਾਧ ਸੰਗਤ ਜੀ, ਤੁਰਦੇ ਹਨ ਪਿੱਛੇ ਪਿੱਛੇ ਭਈ ਹੁਣ ਪਤਾ ਨਹੀਂ ਹੁਣ ਕੀ ਉਪਾਤ ਆ ਜਾਏਗੀ ਸਾਧ ਸੰਗਤ 'ਚ, ਹੁਣ ਕੀ ਕਰ ਦੇਣਗੇ। ਭਾਵੇਂ ਜੱਕਦੇ ਜੱਕਦੇ ਡਰਦੇ ਡਰਦੇ ਪਿੱਛੇ ਤੁਰ ਰਹੇ ਹਨ। ਪਰਖਣ ਹਿਤ ਸਿੱਖੀ ਤਬ ਸੰਗ ਆਰੰਭਿਓ ਪੂਰਾ। ਗ੍ਰੰਥਾਕਾਰ ਕਹਿੰਦੇ ਨੇ, ਮਹਾਤਮਾ ਕਹਿੰਦੇ ਨੇ, ਸਰੋਤਾ ਜਣੋ ਉਹ ਸਰਬ ਲੋਕ ਸਰਬ ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਹ ਸਿੱਖੀ ਦੀ ਪਰਖ ਕਰਨ ਦੇ ਵਾਸਤੇ ਸੋਈ ਸਾਬਤ ਰਹਿ ਸਕੈ ਜਿਸ ਪਰ ਕਰਨਾ ਤੂਰਾ। ਇਥੋਂ ਕੌਣ ਸਾਬਤ ਰਹਿੰਦਾ ਸਾਧ ਸੰਗਤ 'ਚ? ਕੌਣ ਸਾਬਤ ਰਹਿੰਦਾ ਜੇ ਤੇ ਬੜੀ ਭਗਵਾਨ ਦੀ ਕਿਰਪਾ ਹੋਵੇ ਗੁਰੂ ਦੇ ਪਿਆਰੇ। ਭਾਈ ਗੁਰਦਾਸ ਨੇ ਇੱਕ ਗੱਲ ਬੜੀ ਵਧੀਆ ਲਿਖੀ ਹੈ ਸਾਧ ਸੰਗਤ 'ਚ। ਭਾਈ ਗੁਰਦਾਸ ਕਹਿੰਦਾ ਜਲ ਵਿੱਚ ਕਾਗਜ਼ ਲੂਣ ਜਿਉਂ ਕਿਰਤ ਕਰ ਪਾਏ। ਜਲ ਦੇ ਵਿੱਚ ਕਾਗਜ਼ ਰੱਖਦੇ ਹੋ, ਲੂਣ ਰੱਖਦੇ ਹੋ ਤੇ ਉਹ ਰਹਿ ਜਾਏਗਾ ਸਾਧ ਸੰਗਤ ਜੀ, ਉਹਨੇ ਉਹਦੇ ਗਲ ਜਾਣਾ ਗੁਰੂ ਦੇ ਪਿਆਰੇ। ਤੇ ਜੇ ਉਸ ਕਾਗਜ਼ ਨੂੰ ਤੁਸੀਂ ਘਿਓ ਨਾਲ ਲਪੇਟ ਕੇ ਪਾਓ ਨਾ ਪਾਣੀ ਦੇ ਵਿੱਚ, ਉਸ ਲੂਣ ਦੀ ਡਲੀ ਨੂੰ ਘਿਓ 'ਚ ਪਾ ਦਿਓ ਡੁਬੋ ਕੇ, ਉਹ ਪਾਣੀ ਅਸਰ ਨਹੀਂ ਕਰ ਸਕਦਾ ਕਾਗਜ਼ ਤੇ ਸਾਧ ਸੰਗਤ 'ਚ। ਪਾਣੀ ਕਾਗਜ਼ ਉਹ ਹੀ ਹੈ, ਪਰ ਹੁਣ ਕੀ ਹੋ ਗਿਆ ਹੈ? ਤਸ਼ਬੀਹ ਵੇਖਿਓ ਭਾਈ ਗੁਰਦਾਸ ਦਾ ਵਿਚਾਰ ਵੇਖਿਓ ਸਾਧ ਸੰਗਤ 'ਚ। ਕਹਿੰਦੇ ਨੇ ਉਹ ਤੁਸੀਂ ਕਾਗਜ਼ ਘਿਓ 'ਚ ਲਪੇਟ ਕੇ ਤੇ ਉਹ ਜਿਹੜਾ ਲੂਣ ਦੀ ਡਲੀ ਹੈ ਨਾ ਉਹਨੂੰ ਤੁਸੀਂ ਘਿਓ 'ਚ ਭਿਉਂ ਕੇ ਪਾਣੀ ਸੁੱਟ ਦਿਓ, ਉਹ 'ਚ ਪਾਣੀ ਅਸਰ ਹੀ ਨਹੀਂ ਕਰ ਸਕੇਗਾ ਸਾਧ ਸੰਗਤ 'ਚ। ਕਹਿੰਦੇ ਨੇ ਇਸੇ ਤਰ੍ਹਾਂ ਸਤਿਗੁਰੂ ਹੈ ਗੁਰੂ ਦੇ ਪਿਆਰੇ ਹੋ, ਉਹ ਰਾਖੀ ਕਰੇਗਾ ਤਾਂ ਗੱਲ ਬਚਾ ਹੋਏਗੀ ਸਾਧ ਸੰਗਤ 'ਚ। ਕਹਿੰਦੇ ਨੇ ਦੀਵੇ ਵੱਟੀ ਤੇਲ ਸਭ ਰਾਤ ਜਲਾਏ। ਦੀਵਾ ਹੈ ਉਹਦੇ ਵਿੱਚ ਤੇਲ ਹੈ, ਉਹਦੇ ਵਿੱਚ ਬੱਤੀ ਹੈ, ਉਹਨੂੰ ਜਿੱਥੇ ਮਰਜ਼ੀ ਜਗਾ ਕੇ ਰੱਖ ਦਿਓ ਸਾਧ ਸੰਗਤ। ਜੇ ਤੇਲ ਨਹੀਂ ਤੇ ਫੇਰ ਕੀ ਕਰੋਗੇ? ਉਹਦੇ ਸੜ ਜਾਣੀ ਹੈ ਬੱਤੀ ਸਾਧ ਸੰਗਤ 'ਚ, ਕੁਛ ਨਹੀਂ ਬਣ ਸਕਦਾ ਗੁਰੂ ਦੇ ਪਿਆਰੇ। ਕਹਿੰਦੇ ਨੇ ਨਵ ਮੰਡਲ ਫੜ ਹੱਥ ਜਿਉਂ ਗੁੱਡੀ ਉਡਾਏ। ਤੁਹਾਡੇ ਹੱਥ 'ਚ ਡੋਰ ਹੈ ਤੇ ਪਤੰਗ ਨੂੰ ਜਿੱਥੇ ਮਰਜ਼ੀ ਉਡਾਉਂਦੇ ਫਿਰ ਉਹ ਸਾਧ ਸੰਗਤ 'ਚ, ਉੱਥੇ ਪਤੰਗਾ ਪਹੁੰਚ ਜਾਏਗਾ ਗੁਰੂ ਦੇ ਪਿਆਰੇ। ਕਹਿੰਦੇ ਨੇ ਮੂੰਹ ਵਿੱਚ ਪਾਏ ਗਰੜ ਗੁਦਾਰ ਜਿਉਂ ਸਰਪ ਲੜਾਏ। ਇੱਕ ਗੁਦਾਰ ਬੂਟੀ ਹੈ ਸਾਧ ਸੰਗਤ 'ਚ, ਉਹ ਮੂੰਹ 'ਚ ਪਾ ਲੈ ਨਾ ਮਨੁੱਖ ਤੇ ਬੇਸ਼ੱਕ ਸੱਪ ਲੜਦਾ ਰਹੇ ਸਾਧ ਸੰਗਤ 'ਚ, ਅਸਰ ਹੀ ਨਹੀਂ ਕਰਦਾ ਗੁਰੂ ਦੇ ਪਿਆਰੇ। ਇੱਕ ਐਸੀ ਗੁਦਾਰ ਬੂਟੀ ਹੈ, ਉਹਨੂੰ ਆਪਣੇ ਮੂੰਹ 'ਚ ਪਾ ਲਵੋ, ਆਪਣੇ ਮੂੰਹ 'ਚ ਰੱਖ ਲਵੋ ਨਾ ਤੇ ਬੇਸ਼ੱਕ ਜਿਹਨੇ ਮਰਜ਼ੀ ਸੱਪ ਲੜਾਈ ਜਾਓ, ਅਸਰ ਹੀ ਨਹੀਂ ਕਰਦਾ ਸਾਧ ਸੰਗਤ 'ਚ। ਰਾਜਾ ਫਿਰੈ ਫਕੀਰ ਹੋਏ ਸੁਣ ਦੁੱਖ ਮਿਟਾਏ ਤੇ ਸੰਗ ਅੰਦਰ ਸਾਹਿਬ ਤੇ ਜੇ ਗੁਰੂ ਸਹਾਏ ਸਾਧ ਸੰਗਤ 'ਚ। ਜਦੋਂ ਗੁਰੂ ਸਾਂਗ ਰਚਦਾ ਨਾ ਫਿਰ ਤੇ ਗੁਰੂ ਕਿਰਪਾ ਕਰੇ ਗੁਰੂ ਦੇ ਪਿਆਰੇ। ਇੱਥੇ ਵਾਹ ਕੋਈ ਨਹੀਂ ਜੇ ਸਾਧ ਸੰਗਤ 'ਚ, ਫਿਰ ਗੁਰੂ ਬਖਸ਼ਿਸ਼ ਕਰੇ। ਇਹ ਤੇ ਮੈਂ ਤੁਹਾਨੂੰ 2-4 ਮਿੰਟ ਹੋਰ ਲਾ ਕੇ ਖਿਮਾ ਰੱਖਿਓ ਜੇ ਮੈਂ ਤੁਹਾਨੂੰ ਪ੍ਰਮਾਣ ਅੱਗੇ ਆ ਗਿਆ ਸਾਧ ਸੰਗਤ 'ਚ। ਭਾਈ ਗੁਰਦਾਸ ਗੁਰੂ ਘਰ ਦਾ ਅਨੰਨ ਸੇਵਕ ਸਾਧ ਸੰਗਤ 'ਚ, ਜਿਹਦਾ 1812 ਦੇ ਵਿੱਚ ਜਨਮ ਹੋਇਆ ਗੁਰੂ ਦੇ ਪਿਆਰੇ। ਬਾਸਰ ਕੇ ਪਿੰਡ ਸੀ, ਭਾਵ ਇਹ ਗੁਰੂ ਅਮਰਦਾਸ ਦੇ ਭਤੀਜੇ ਸਨ, ਉਹਨਾਂ ਨੇ ਸਿੱਖ ਬਣਾਏ। ਗੁਰੂ ਰਾਮਦਾਸ ਦੇ ਟਾਈਮ ਤੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ। ਆਪਾਂ ਸ਼ਾਰਟ ਗੱਲ ਕਰ ਲੈਨੇ ਸਾਧ ਸੰਗਤ ਜੀ, ਅੱਗੇ ਪ੍ਰਮਾਣ ਆ ਗਿਆ ਗੁਰੂ ਦੇ ਪਿਆਰੇ। ਆਗਰੇ ਚਲੇ ਗਏ ਪ੍ਰਚਾਰ ਕਰਦੇ ਕਰਦੇ, ਪਿੱਛੋਂ
ਗੁਰੂ ਅਮਰਦਾਸ ਸੱਚੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅਕਾਲ ਚਲਾਣਾ ਹੋ ਗਿਆ। ਸਾਧ ਸੰਗਤ ਦੇਹ ਦਾ ਉਹਲਾ ਕਰਤਾ। ਗੱਦੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੈਠੇ। ਉਦੋਂ ਇਹ ਆਗਰੇ ਗਏ ਸਨ। ਪਿੱਛੋਂ ਗੁਰੂ ਘਰ 'ਚ ਵਿਰੋਧਤਾ ਪੈਦਾ ਹੋ ਗਈ। ਸਾਧ ਸੰਗਤ 'ਚ ਪ੍ਰਿਥੀ ਚੰਦ ਨੇ ਵੱਡੇ ਹੋਣ ਦੇ ਨਾਤੇ ਗੁਣ ਨਹੀਂ ਵੇਖਿਆ। ਇਹ ਨਹੀਂ ਵੇਖਿਆ ਭਈ ਤਖਤਾ ਉੱਪਰ ਸੋਭਾ ਹੈ ਜੋ ਤਖਤਾ ਲਾਇਕ ਹੋਈ। ਇਹ ਨਹੀਂ ਗੱਲ ਵਿਚਾਰ ਕੀਤੀ। ਈਰਖਾ ਪੈਦਾ ਹੋ ਗਈ ਸਾਧ ਸੰਗਤ 'ਚ। ਉਸ ਈਰਖਾ ਦੇ ਕਾਰਨ ਜੋ ਵੀ ਸੰਗਤ, ਜੋ ਵੀ ਧਨ ਪਦਾਰਥ ਭੇਟ ਚੜਾਵਾ ਜਾਂਦਾ ਸੀ, ਸਾਰਾ ਪ੍ਰਿਥੀ ਚੰਦ ਨੇ ਰੋਕ ਦਿੱਤਾ। ਸਾਧ ਸੰਗਤ 'ਚ ਭਾਈ ਗੁਰਦਾਸ ਜੀ ਆਏ। ਮਾਤਾ ਗੰਗਾ ਜੀ ਦੇ ਪਾਸ ਪ੍ਰਸਾਦਾ ਛਕਣ ਲੱਗੇ। ਮਾਤਾ ਗੰਗਾ ਜੀ ਨੇ ਨਾ ਛੋਲਿਆਂ ਦਾ ਪ੍ਰਸ਼ਾਦਾ ਤਿਆਰ ਕੀਤਾ ਸੀ। ਜਦੋਂ ਭਾਈ ਗੁਰਦਾਸ ਨੂੰ ਦਿੱਤਾ ਨਾ, ਤੇ ਭਾਈ ਗੁਰਦਾਸ ਨੇ ਪਾਇਆ ਨਾ, ਮੂੰਹ ਤੋਂ ਫੁੱਲ ਜੇ ਮੂੰਹ ਦੇ ਵਿੱਚ ਖਾਧਾ ਨਹੀਂ ਜਾਂਦਾ। ਕਿਤੇ ਖਾਧਾ ਤੇ ਵੇਖਿਓ ਜੀ ਕਿਤੇ ਖਾ ਕੇ। ਸਾਧ ਸੰਗਤ ਕਹਿੰਦਾ ਭੈਣ ਜੀ ਇਹ ਕੀ ਗੱਲ, ਗੁਰੂ ਘਰ ਇੰਨਾ ਗਰੀਬ ਹੋ ਗਿਆ, ਇੰਨਾ ਗਰੀਬ ਹੋ ਗਿਆ। ਮਾਤਾ ਦੇ ਅੱਖਾਂ ਜਲ ਆ ਗਿਆ। ਸਾਧ ਸੰਗਤ 'ਚ ਯਤਨ ਕਰਦੇ ਨੇ ਬੋਲਣ ਦਾ, ਬੋਲਿਆ ਨਹੀਂ ਜਾਂਦਾ ਪਿਆ। ਕਹਿੰਦੇ ਮਾਤਾ ਭੈਣ ਜੀ ਗੱਲ ਤਾਂ ਦੱਸੋ, ਤੇ ਗੱਲ ਕੀ ਹੈ? ਕਹਿੰਦੀ ਪ੍ਰਿਥੀ ਚੰਦ ਨੇ ਈਰਖਾ ਨਾਲ ਸਾਰੇ ਰਾਹ ਰੋਕ ਦਿੱਤੇ, ਸਾਰੇ ਰਾਹ ਰੋਕ ਦਿੱਤੇ ਨੇ। ਭੇਟਾ ਚੜ੍ਹਤ ਚੜਾਵਾ ਸਭ ਰੋਕ ਦਿੱਤਾ। ਤੇ ਹੁਣ ਇੱਥੇ ਕਿਵੇਂ ਬਣੇ ਗੱਲ? ਹੁਣ ਮਾਇਆ, ਸਾਰੀ ਗੱਲ ਤੇ ਮਾਇਆ ਤੋਂ ਚੱਲਣੀ ਹੈ। ਸਾਧ ਸੰਗਤ 'ਚ ਅੱਛਾ, ਉੱਥੇ ਅਰਦਾਸ ਕੀਤੀ। ਸਿਆਣੇ ਸਿਆਣੇ ਸਿੰਘ ਸੱਦੇ ਫਿਰ ਸਾਧ ਸੰਗਤ 'ਚ। ਉਹ ਜਿੱਥੇ ਜਿੱਥੇ ਉਹਨੇ ਆਪਣੇ ਰਾਹਾਂ ਤੇ ਰਾਹ ਮੱਲੇ ਸੀ ਨਾ, ਬਿਠਾਏ ਸੀ ਨਾ, ਉੱਥੇ ਉੱਥੇ ਜਾ ਕੇ ਸੰਗਤਾਂ ਨੂੰ ਸਮਝਾਇਆ। ਜਾ ਕੇ ਉਹ ਸੰਗਤਾਂ ਫਿਰ ਅੰਮ੍ਰਿਤਸਰ ਆਉਣ ਲੱਗੇ, ਚੜਾਵੇ ਚੜ੍ਹਨ ਲੱਗੇ। ਸਾਧ ਸੰਗਤ ਆਪਾਂ ਗੱਲ ਮੁੱਕਦੀ ਕਰੀਏ। ਭਾਈ ਗੁਰਦਾਸ ਗੁਰੂ ਅਮਰਦਾਸ ਦਾ ਭਤੀਜਾ, ਅਮਰਦਾਸ ਜੀ ਨੇ ਸਿੱਖ ਬਣਾਇਆ। ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆ ਗਿਆ। ਸਾਧ ਸੰਗਤ 'ਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਪੰਚਪਟੀ ਸਥਾਨ ਦੇ ਉੱਤੇ ਭਾਵ ਇੱਕ ਪਾਸੇ ਆ ਬੈਠ ਜਾਣਾ, ਇੱਕ ਪਾਸੇ ਪਰਦਾ ਤਾਣ ਲੈਣਾ, ਅੱਗੇ ਭਾਈ ਗੁਰਦਾਸ ਨੇ ਬੈਠ ਜਾਣਾ, ਅੱਗੇ ਜਿਹੜੇ ਸਿੰਘ ਨੇ ਬਾਣੀ ਉਚਾਰਨ ਕਰਨਾ ਉਹਨੇ ਆ ਕੇ ਬੈਠ ਜਾਣਾ। ਇਸ ਤਰ੍ਹਾਂ ਭਾਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਨੂੰ ਇਸ ਤਰ੍ਹਾਂ ਬਾਣੀ ਲਿਖਵਾਈ। ਸਾਧ ਸੰਗਤ 'ਚ ਏਡਾ ਪਿਆਰਾ ਸਿੱਖ ਸੀ ਗੁਰੂ ਦੇ ਪਿਆਰੇ। ਬੈਠੇ ਨੇ ਸਾਧ ਸੰਗਤ 'ਚ। ਗੁਰੂ ਹਰਗੋਬਿੰਦ ਸਾਹਿਬ ਸਮਾਂ ਆ ਗਿਆ। ਸਿੱਖ ਸੰਗਤਾਂ ਕਹਿੰਦੀਆਂ ਨੇ ਭਾਈ ਜੀ, ਸਾਧ ਸੰਗਤ ਜੀ, ਜਦੋਂ ਗੁਰੂ ਦੇ ਰਾਜਸੀ ਕੰਮ ਵੇਖੇ ਤੇ ਮਨ ਭੁਲੇਖੇ 'ਚ ਪੈ ਜਾਂਦਾ ਹੈ, ਮਨ ਭੁਲੇਖੇ 'ਚ ਪੈ ਜਾਂਦਾ। ਭਾਈ ਗੁਰਦਾਸ ਹੁੰਦੇ ਨੇ, ਕਹਿੰਦੇ ਨੇ ਜਿਹੜੇ ਕੱਚੇ ਬੰਦੇ ਨੇ ਉਹ ਭੁਲੇਖੇ 'ਚ ਪੈਂਦੇ ਨੇ, ਜਿਹੜੇ ਕੱਚੇ ਬੰਦੇ ਨੇ। ਸਾਧ ਸੰਗਤ ਭਾਈ ਗੁਰਦਾਸ ਜਿਸ ਤਰ੍ਹਾਂ ਹਿੰਦੂ ਮੱਤ ਦੇ ਵਿੱਚ ਵੇਦ ਵਿਆਸ ਨੂੰ ਭਗਵਾਨ ਦਾ ਖਿਤਾਬ ਦਿੱਤਾ ਗਿਆ, ਹਿੰਦੂ ਮੱਤ ਸਨਾਤਨ ਮੱਤ ਵਿੱਚ, ਇਸ ਤਰ੍ਹਾਂ ਗੁਰੂ ਮੱਤ ਦੇ ਵਿੱਚ, ਇਸ ਗੁਰੂ ਪਰੰਪਰਾ ਦੇ ਵਿੱਚ ਭਾਈ ਗੁਰਦਾਸ ਨੂੰ ਵੇਦ ਵਿਆਸ ਦਾ ਖਿਤਾਬ ਦਿੱਤਾ ਗਿਆ। ਸਾਧ ਸੰਗਤ 'ਚ ਇਸ ਗੁਰੂ ਘਰ ਦੇ ਵਿੱਚ ਨਾਮਧਾਰੀ ਸਮਾਜ ਦੇ ਵਿੱਚ ਬ੍ਰਹਮ ਸਰੋਤਰੀ ਬ੍ਰਹਮਨੇਸ਼ਟੀ ਮਹਾਤਮਾ ਸੰਤ ਜਗਤ ਸਿੰਘ ਖੰਡੂਆਂ ਨੂੰ ਵੇਦ ਵਿਆਸ ਦਾ ਖਿਤਾਬ ਦਿੱਤਾ ਗਿਆ। ਸਾਧ ਸੰਗਤ 'ਚ ਇਹ ਵੇਦ ਵਿਆਸ ਸੀ ਗੁਰੂ ਦੇ ਪਿਆਰੇ, ਖਿਤਾਬ ਦਿੱਤਾ ਗਿਆ। ਸਾਧ ਸੰਗਤ 'ਚ ਭਾਈ ਗੁਰਦਾਸ ਕਹਿੰਦਾ ਜਿਹੜੇ ਕੱਚੇ ਬੰਦੇ ਨੇ ਨਾ ਉਹਨਾਂ ਤੇ ਅਸਰ ਪੈਂਦਾ, ਇਹ ਜਿਹੜੇ ਪੱਕੇ ਨੂੰ ਉਹਨਾਂ ਤੇ ਅਸਰ ਨਹੀਂ ਪੈਂਦਾ। ਸਿੱਖ ਸੰਗਤਾਂ ਕਹਿੰਦੀਆਂ ਨੇ ਭਾਈ ਜੀ ਇੱਥੇ ਤੇ ਬੜੇ ਬੜੇ ਬ੍ਰਹਮਾ ਵਰਗੇ, ਨਾਰਦ ਵਰਗੇ, ਭਗਵਾਨ ਵਰਗੇ ਡੋਲ ਗਏ ਇੱਥੇ ਤੇ ਆ ਕੇ। ਸਾਧ ਸੰਗਤ ਕਹਿੰਦਾ ਜਿਹੜੇ ਨਾ ਕੱਚੇ ਦਾਣੇ ਉਹ ਤਿਲਕਦੇ ਨੇ, ਜਿਹੜੇ ਭੁੱਜੇ ਦਾਣੇ ਉਹ ਨਹੀਂ ਭੁੜਕਦੇ, ਉਹ ਨਹੀਂ ਤਿਲਕਦੇ। ਇੱਥੇ ਉਹ ਜਿਹੜੇ ਹੌਲੇ ਨੇ ਉਹ ਡੋਲ, ਦੂਜੇ ਨਹੀਂ ਡੋਲਦੇ। ਗੁਰੂ ਹਰਗੋਬਿੰਦ ਸਾਹਿਬ ਸੁਣਦੇ ਨੇ ਪਏ। ਸਾਧ ਸੰਗਤ 'ਚ ਸੱਚੇ ਪਾਤਸ਼ਾਹ ਕਹਿੰਦੇ ਸਿੱਖ 'ਚ ਕਣੀ ਆ ਗਈ ਹੈ ਗੁਰੂ ਦੇ ਪਿਆਰੇ, ਹੰਕਾਰ ਆ ਗਿਆ। ਸਾਧ ਸੰਗਤ 'ਚ ਹੰਕਾਰ ਆ ਗਿਆ। ਬੈਠੇ ਬੈਠੇ ਸਮਾਂ ਬਣ ਗਿਆ। ਕਹਿੰਦੇ ਨੇ ਭਾਈ ਗੁਰਦਾਸ ਕੁਛ ਘੋੜੇ, ਮੈਦਾਨੇ ਜੰਗ ਵਾਸਤੇ ਘੋੜਿਆਂ ਦੀ ਜ਼ਰੂਰਤ ਹੈ ਤੇ ਕਾਬਲ ਘੋੜੇ ਖਰੀਦਣੇ ਨੇ, ਜਾ ਕੇ ਤੂੰ ਕਾਬਲ ਘੋੜੇ ਖਰੀਦ ਜਾ ਕੇ। ਸਾਧ ਸੰਗਤ 'ਚ ਕਹਿੰਦੇ 7 ਬਚਨ ਸਿੱਖ ਦੇ ਦਿੱਤੇ। ਇਹ ਜਿਹੜੇ ਤੁਹਾਡੇ ਰੁਪਈਏ ਨੂੰ ਉਦੋਂ ਇਹ ਨਹੀਂ ਸਨ ਬਣੇ। ਸਾਧ ਸੰਗਤ 'ਚ ਸਿੱਕੇ ਸਨ ਗੁਰੂ ਦੇ ਪਿਆਰਿਓ, ਟਰੰਕ ਭਰ ਦਿੱਤੇ। ਭਾਈ ਗੁਰਦਾਸ ਜੀ ਅੱਜ ਇੱਥੇ, ਕੱਲ੍ਹ ਇੱਥੇ, 2 ਦਿਨ ਕਿਤੇ, 4 ਦਿਨ ਕਿਤੇ, ਚੱਲਦੇ ਚੱਲਦੇ ਕਾਬਲ ਪਹੁੰਚ ਗਏ। ਜਾ ਕੇ ਤੰਬੂ ਲਾ ਲਿਆ, ਸਮਾਨ ਰੱਖ ਲਿਆ, ਭਾਵ ਘੋੜਿਆਂ ਦਾ ਵਪਾਰ ਕਰਨ ਦੇ ਵਾਸਤੇ, ਸਾਧੂਆਂ ਦਾ ਬਚਨ ਪੂਰਾ ਕਰਨ ਦੇ ਵਾਸਤੇ। ਸਾਧ ਸੰਗਤ ਜੀ ਲੱਗੇ ਯਤਨ ਕਰ। ਪਿੱਛੋਂ ਸੁਨਾਹ ਆਇਆ ਤੁਹਾਡੀ ਔਰਤ ਬਿਮਾਰ ਹੋ ਗਈ। ਸਾਧ ਸੰਗਤ 'ਚ ਕਹਿੰਦਾ ਜਿਹੜਾ ਗੁਰੂ ਨੇ ਸੇਵਾ ਕੀਤੀ ਇਹ ਪੂਰੀ ਕਰਾਂਗੇ। ਪਿੱਛੋਂ ਸੁਨਾਹ ਆਇਆ ਤੁਹਾਡਾ ਮੁਗਲਾਂ ਨੇ ਬੱਚਾ ਮਾਰ ਦਿੱਤਾ। ਕਹਿੰਦਾ ਜਿਹੜਾ ਕੋਈ ਗੱਲ ਨਹੀਂ, ਜੰਮਣ ਮਰਨ ਤੇ ਬਣੀ ਹੀ ਸੰਸਾਰ ਤੇ। ਸਾਧ ਸੰਗਤ ਇਹਦਾ ਦ੍ਰਿੜ ਵਿਸ਼ਵਾਸੀ ਗੁਰੂ ਦੇ ਪਿਆਰੇ। ਦਾਸ ਪ੍ਰਾਰਥਨਾ ਕਰਦਾ ਪਿਆ, ਘੋੜੇ ਪਸੰਦ ਆ ਗਏ। ਜਦੋਂ ਸੱਚੇ ਪਾਤਸ਼ਾਹ ਨੂੰ ਹੁਕਮ ਕੀਤਾ, ਇਹ ਗਰੀਬ ਪਾਤਸ਼ਾਹ ਕੀ ਹੁਕਮ ਹੈ? ਕਹਿੰਦੇ ਪਹਿਲਾਂ ਘੋੜੇ ਇੱਥੇ ਭੇਜੋ, ਅਸੀਂ ਪਸੰਦ ਕਰਾਂਗੇ, ਮਾਇਆ ਫੇਰ ਦਿਓ ਜੇ। ਘੋੜੇ ਅੰਮ੍ਰਿਤਸਰ ਭੇਜ ਦਿੱਤੇ। ਸਾਧ ਸੰਗਤ 'ਚ ਗੁਰੂ ਹਰਗੋਬਿੰਦ ਸਾਹਿਬ ਨੇ ਪਸੰਦ ਕਰ ਲਏ, ਕਹਿੰਦੇ ਮਾਇਆ ਦੇ ਦਿਓ। ਉਸ ਸੌਦਾਗਰ ਨੂੰ ਬੁਲਾਇਆ ਗਿਆ। ਸਾਰੇ ਵਪਾਰੀ ਇਕੱਠੇ ਹੋ ਕੇ ਸੌਦਾਗਰ ਬਾਹਰ ਬਹਿ ਗਏ। ਭਾਈ ਗੁਰਦਾਸ ਜੀ ਅੰਦਰ ਚਲੇ ਗਏ। ਜਦੋਂ ਉਹ ਜਾ ਕੇ ਟਰੰਕ ਖੋਲੇ ਨਾ ਤੇ ਸਾਰਿਆਂ ਚੋਂ ਠੀਕਰੀਆਂ ਨਿਕਲ ਆਈਆਂ। ਸਾਧ ਸੰਗਤ 'ਚ ਕਹਿੰਦਾ ਧੋਖਾ ਹੋ ਗਿਆ। ਜਿੱਥੇ ਰਾਤ ਰਹੇ ਆ ਨਾ ਉਹਨਾਂ ਸਿੱਖਾਂ ਨੇ ਮਾਇਆ ਕੱਢ ਲਈ ਹੈ ਤੇ
ਠੀਕਰੀਆਂ ਵਿੱਚ ਪਾ ਛੱਡੀਆਂ ਨੇ ਸਾਧ ਸੰਗਤ। ਬਾਹਰ ਲੈਣ ਵਾਲੇ ਖਲੋਤੇ ਨੇ। ਹੁਣ ਕਹਿੰਦਾ ਹੁਣ ਕੀ ਕਰਾਂ? ਫਿਰ ਤੰਬੂ ਪਾੜਿਆ ਸਾਧ ਸੰਗਤ 'ਚ। ਸੰਗ ਆਏ ਅੰਦਰ ਸਾਬ ਤੇ ਜੇ ਗੁਰੂ ਸਹਾਏ ਸਾਧ ਸੰਗਤ। ਤੰਬੂ ਪਾੜਿਆ, ਜਿਉਂ ਚੱਲਿਆ ਕਾਂਸ਼ੀ ਪਹੁੰਚ ਗਿਆ ਸਾਧ ਸੰਗਤ 'ਚ। ਜਾ ਕੇ ਰਾਜ ਦਰਬਾਰ 'ਚ ਲੱਗਾ ਕਥਾ ਕਰਨ। ਵਿਦਵਾਨ ਸੀ ਬੜਾ ਭਾਰੀ ਸਾਧ ਸੰਗਤ 'ਚ। 700 ਨੂੰ ਗੁਰੂ ਦੇ ਪਿਆਰੇ ਗੁਰੂ ਦੇ ਲੇਖੇ ਲਾਇਆ, ਲੜ ਲਾਇਆ ਸਾਧ ਸਿੱਖਾਂ ਨੂੰ ਗੁਰੂ ਦੇ ਪਿਆਰੇ ਉਪਦੇਸ਼ ਕਰ ਕਰਕੇ। ਜਦੋਂ ਕੋਈ ਸਮਾਂ ਬਤੀਤ ਹੋ ਗਿਆ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਪੱਤਰਕਾ ਲਿਖੀ ਤੇ ਕਾਂਸ਼ੀ ਦੇ ਰਾਜੇ ਪਾਸ ਪਜਾਤੀ, ਐ ਰਾਜਨ ਤੇਰੇ ਦਰਬਾਰ 'ਚ ਕਿ ਸਾਡਾ ਚੋਰ ਆ ਗੁਰਦਾਸ ਨਾਮ ਦਾ ਸਾਧ ਸੰਗਤ 'ਚ। ਚੋਰ ਆ ਤੇਰੇ ਦਰਬਾਰ ਦੇ। ਬੜਾ ਗੁਰੂ ਦੇ ਪਿਆਰੇ ਸਿੱਖੀ ਕਿ ਸੌਖੀ ਗੱਲ ਕਮਾਣੀ ਕਿਤੇ ਸਾਧ ਸੰਗਤ 'ਚ। ਨਹੀਂ ਤਾਂ ਬਾਣੇ ਪਹਿਰਾਵੇ ਪਾ ਕੇ ਗੱਲ ਬਣ ਜਾਏਗੀ। ਤੇ ਪਹਿਰਾਵੇ ਪਾ ਕੇ ਗੱਲ ਬਣ ਜਾਏਗੀ ਸਾਧ ਸੰਗਤ। ਇਹਨੂੰ ਅੰਦਰ ਜਾਣ ਦੇਣਾ ਆਪਾਂ ਗੁਰੂ ਦੇ ਪਿਆਰ। ਤੇਰੇ ਦਰਬਾਰ 'ਚ ਸਾਡਾ ਚੋਰ ਹੈ, ਉਹਨੂੰ ਸਾਡੇ ਹਾਜ਼ਰ ਕਰ ਦੇ। ਤੇ ਹਾਜ਼ਰ ਕਿਸ ਤਰ੍ਹਾਂ ਕਰੀ? ਮੁਸ਼ਕਾਂ ਬਣ ਕੇ ਸਾਧ ਸੰਗਤ 'ਚ। ਪੱਤਰਕਾ ਮਿਲੀ, ਕਾਂਸ਼ੀ ਦੇ ਰਾਜੇ ਨੇ ਸਾਰੇ ਸ਼ਹਿਰ 'ਚ ਐਲਾਨ ਕਰਾ ਦਿੱਤਾ। ਭਾਈ ਗੁਰਦਾਸ ਨੇ ਵੀ ਸੁਣ ਲਿਆ ਸਾਧ ਸੰਗਤ 'ਚ। ਦਰਬਾਰ ਸਜਿਆ, ਕਹਿੰਦਾ ਮਹਾਰਾਜ ਚੋਰ ਮੈਂ। ਰਾਜਾ ਕਹਿੰਦਾ ਇਹ ਨਾ ਗੱਲ ਆਖੋ, ਉਹ ਆਪਣਾ ਗੁਰੂ ਬਣਾ ਬੈਠਾ ਸੀ ਨਾ, ਤੂੰ ਤਾਂ ਗੁਰੂ ਹੈ ਸਾਡਾ। ਕਹਿੰਦਾ ਨਹੀਂ ਮੈਂ ਚੋਰ ਹਾਂ, ਮੈਨੂੰ ਹਾਜ਼ਰ ਕਰਦੇ ਹੋ ਤੁਸੀਂ ਸਾਧ ਸੰਗਤ 'ਚ। ਸਿੱਖ ਗੁਰੂ ਤੋਂ ਬਗੈਰ ਜਿਉ ਸਕਦਾ ਸਾਧ ਸੰਗਤ 'ਚ? ਜਿਉ ਸਕਦਾ? ਕਹਿੰਦਾ ਇਹ ਨਾ ਗੱਲ ਆਖ ਕੇ ਕਹਿੰਦਾ ਨਾ ਮੈਂ ਕਹਿੰਦਾ ਵੀ ਮੈਂ ਚੋਰ ਹਾਂ। ਕਹਿੰਦਾ ਅੱਛਾ। ਕਹਿੰਦਾ ਚੱਲ ਫਿਰ। ਕਹਿੰਦਾ ਇਸ ਤਰ੍ਹਾਂ ਨਹੀਂ ਜਾਣਾ, ਮੇਰੀਆਂ ਮੁਸ਼ਕਾਂ ਬਣ ਤਾਂ ਤੁਰਾਂਗਾ ਇੱਥੋਂ ਸਾਧ ਸੰਗਤ। ਸਿੱਖੀ ਕਮਾਉਣੀ ਕਿ ਸੌਖੀ ਪਈ ਹੈ ਗੁਰੂ ਦੇ ਪਿਆਰੇ। ਮੁਸ਼ਕਾਂ ਬਣੀਆਂ ਫਿਰ ਸਾਧ ਸੰਗਤ 'ਚ। ਲੈ ਤੁਰੇ, ਕਾਂਸ਼ੀ ਤੋਂ ਤੁਰੇ ਸ੍ਰੀ ਅੰਮ੍ਰਿਤਸਰ ਪਹੁੰਚੇ। ਦਰਬਾਰ ਸਜਿਆ ਸਾਧ ਸੰਗਤ 'ਚ। ਭਾਈ ਗੁਰਦਾਸ ਆਉਂਦਾ ਪਿਆ ਗੁਰੂ ਦੇ ਪਿਆਰੇ। ਆ ਕੇ ਨਮਸਕਾਰ ਕੀਤੀ। ਗੁਰੂ ਹਰਗੋਬਿੰਦ ਸਿੰਘ ਕਹਿੰਦੇ ਨੇ ਭਾਈ ਗੁਰਦਾਸ, ਓਏ ਜੇ ਤੂੰ ਕਾਂਸ਼ੀ ਜਾਣੇ ਤੇ ਤੂੰ ਸਿੱਧਾ ਹੀ ਤੁਰ ਜਾਣਾ ਸੀ। ਤੂੰ ਸਾਡੀ ਮਾਇਆ ਹੀ ਉਸ ਤਰ੍ਹਾਂ ਛੱਡ ਕੇ ਤੁਰ ਗਿਆ। ਤੂੰ ਸਾਡੀ ਮਾਇਆ ਵੀ ਸਾਡੀ ਮਾਇਆ ਨਹੀਂ ਸੰਭਾਲੀ। ਸਾਡੀ ਮਾਇਆ ਨਹੀਂ ਸੰਭਾਲੀ। ਤੂੰ ਤੇ ਜਾਣਾ ਸੀ ਕਾਂਸ਼ੀ ਤੇ ਇੱਥੋਂ ਸਿੱਧਾ ਤੁਰ ਜਾਣਾ ਸੀ ਨੇ ਤੂੰ। ਕਹਿੰਦਾ ਤੂੰ ਸਮੁੰਦਰ ਹੈ, ਤੂੰ ਅਥਾਹ ਸੱਚੇ ਪਾਤਸ਼ਾਹ, ਤੂੰ ਅਥਾਹ ਮੈਂ ਗੁਰੂ ਦੇ ਪਿਆਰ। ਕਹਿੰਦਾ ਤੂੰ ਲਿਖਿਆ ਸੀ ਜੇ ਮਾਂ ਹੋਵੇ ਯਾਰ ਨਹੀਂ ਕਿਉਂ ਪੁੱਤ ਪਧਾਰੇ। ਇਹ ਭਾਈ ਗੁਰਦਾਸ ਪਹਿਲਾਂ ਕਲਮ ਲਿਖ ਬੈਠਾ ਸੀ। ਜੇ ਮਾਂ ਹੋਵੇ ਯਾਰ ਨਹੀਂ, ਜੇ ਮਾਂ ਨੇ ਮਾਂ ਦਾ ਕਰੈਕਟਰ ਖਰਾਬ ਹੋ ਗਿਆ ਤੇ ਬੱਚੇ ਬਦਨਾਮ ਕਰਨ ਲੱਗ ਪਏ ਉਹਨੂੰ ਸਾਧ ਸੰਗਤ 'ਚ। ਜੇ ਮਾਂ ਹੋਵੇ ਯਾਰ ਨਹੀਂ ਕਿਉਂ ਪੁੱਤ ਪਧਾਰੇ, ਗਾਈ ਮਾਨਕ ਨਿਕਲਿਆ ਪੇਟ ਪਾੜ ਨਾ ਮਾਰੇ। ਜੇ ਗਊ ਨੇ ਹੀਰਾ ਖਾ ਲਿਆ ਤਾਂ ਉਹਨੂੰ ਹੁਣ ਉਹਦਾ ਪੇਟ ਮਾਰ ਕੇ ਉਹਨੂੰ ਕਤਲ ਕਰ ਦੇਣਾ। ਜੇ ਪੇਰ ਕਰ ਹੰਡਣਾ ਸੱਤ ਰੱਖਿਆ ਨਾਰੇ। ਜੇ ਪਤੀ ਦਾ ਆਚਰਨ ਖਰਾਬ ਹੋ ਗਿਆ ਤੇ ਔਰਤ ਵੀ ਛੱਡ ਦੇ ਆਪਣਾ ਧਰਮ ਸਾਧ ਸੰਗਤ 'ਚ। ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ, ਤੇ ਜੇ ਮਦ ਪੀਤਾ ਬਾਹਮਣੀ ਲੋਹ ਲੁਜਣ ਸਾਰੇ। ਤੇ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਤੂੰ ਲਿਖਿਆ ਸੀ ਗੱਲ ਇਹ ਤੂੰ ਲਿਖਿਆ ਸੀ। ਚੁੱਪ ਭਾਈ ਗੁਰਦਾਸ, ਤੂੰ ਲਿਖਿਆ ਸੀ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਕਹਿੰਦਾ ਸੱਚੇ ਪਾਤਸ਼ਾਹ ਜੇ ਮਾਂ ਪੁੱਤਰ ਵਿਸਦੇ ਤਿਸ ਤੇ ਕੌਣ ਪਿਆਰਾ। ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਣ ਲੱਗ ਪਵੇ ਤੇ ਫਿਰ ਉਹਨੂੰ ਰਾਖੀ ਕੌਣ ਕਰੇਗਾ। ਜੇ ਘਰ ਪੰਨਾ ਪਾਹਰੂ ਕੌਣ ਰੱਖਣ ਹਾਰਾ। ਜੇ ਪਹਿਰੇਦਾਰੀ ਘਰ ਲੁੱਟਣ ਲੱਗ ਪਵੇ ਤੇ ਇਹਨੂੰ ਰਾਖੀ ਤੇ ਲਾ ਰਿਹਾ। ਕਹਿੰਦੇ ਸੱਚੇ ਪਾਤਸ਼ਾਹ ਆਗੂ ਲਾ ਉੱਜੜ ਪਵੇ ਕਿਸ ਕਰੇ ਪੁਕਾਰਾ। ਜੇ ਕੌਮ ਦੇ ਸਮਾਜ ਦੇ ਘਰ ਦੇ ਆਗੂ ਹੀ ਖਰਾਬ ਕਰਨ ਲੱਗ ਪੈਂਦੇ ਕੌਣ ਸੰਵਾਰੇਗਾ ਸਾਧ ਸੰਗਤ। ਜੇਕਰ ਖੇਤਾ ਖਾਏ ਵਾੜ ਕੋ ਲਹੈ ਨਾ ਸਾਰਾ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਰਾਖੀ ਕਿਹਦੇ ਕਰਨੀ ਹੈ। ਜੇ ਗੁਰ ਪਰਮਾਏ ਸੰਗ ਕਿਆ ਕਰ ਸਿੱਖ ਵਿਚਾਰਾ ਸਾਧ ਸੰਗਤ 'ਚ। ਜੇ ਗੁਰੂ ਸੰਗ ਪਰਮਾ ਦੇਵੇ ਤਾਂ ਫਿਰ ਸਿੱਖ ਕੀ ਕਰੇ ਗੁਰੂ ਦੇ ਪਿਆਰੇ। ਦਾਸ ਇੱਥੇ ਬਖਸ਼ਿਸ਼ ਮੰਗਦਾ, ਇੱਥੋਂ ਮੈਂ ਫਿਰ ਤੁਹਾਨੂੰ ਸੇਵਾ 'ਚ ਹਾਜ਼ਰ ਹੋਵਾਂਗਾ। ਇਸ ਵਾਸਤੇ ਮਰਜ਼ ਕਰਦਾ ਫਿਰ ਸੱਜਣੋ ਅੰਦਰੋਂ ਤੇ ਬਾਹਰੋਂ ਆਪਾਂ ਇੱਕ ਹੋ ਜਾਈਏ ਸਾਧ ਸੰਗਤ 'ਚ। ਇਸ ਲਾਹੌਰ ਤੇ ਐਵੇਂ ਨਹੀਂ ਸੀ ਝੰਡਾ ਕੇ ਚੜਿਆ ਸਾਧ ਸੰਗਤ 'ਚ। ਜਦੋਂ ਸਿੱਖ ਅੰਦਰੋਂ ਬਾਹਰੋਂ ਇੱਕ ਸੀ ਗੁਰੂ ਦੇ ਪਿਆਰੇ, ਉਦੋਂ ਯੂਨੀਅਨ ਜਾ ਕੇ ਵੱਢਿਆ ਸੀ ਸਾਧ ਸੰਗਤ ਤੇ ਉੱਥੇ ਸੁਤੰਤਰ ਝੰਡਾ ਚੜਾਇਆ ਸੀ ਗੁਰੂ ਦੇ ਪਿਆਰੇ। ਕਦੋਂ? ਜਦੋਂ ਇੱਕ ਸੀ ਸਾਧ ਸੰਗਤ ਜੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਹਮਾ ਮਰਦ ਬਾਇਦ ਸਵਦ ਸੁਖਨ ਵਾਰ ਨਾ ਸ਼ਿਕਮੇ ਦਿਗਰ ਦਰ ਦਿਹਾਨੇ ਦਿਗਰ। ਉਹ ਜਿਹੜਾ ਅੰਦਰੋਂ ਹੋਰ ਹੈ ਬਾਹਰੋਂ ਹੋਰ ਤੇ ਸਿੱਖ ਕਹਾਂ ਦਾ ਹੱਕਦਾਰ ਹੀ, ਮਰਦ ਕਹਾਂ ਦਾ ਹੱਕਦਾਰ ਹੀ ਨਹੀਂ ਸਾਧ ਸੰਗਤ। ਗੱਲ ਮੇਰੀ ਨਹੀਂ ਗੁਰੂ ਦੇ ਪਿਆਰਿਓ। ਜਿਹੜਾ ਅੰਦਰੋਂ ਹੋਰ ਹੈ ਬਾਹਰੋਂ ਹੋਰ ਹੈ ਉਹ ਆਖੇ ਮੈਂ ਮਰਦ ਹਾਂ, ਉਹ ਤੇ ਮਰਦ ਕਹਾਂ ਦਾ ਹੱਕਦਾਰ ਹੀ ਨਹੀਂ ਗੁਰੂ ਦੇ। ਇਸ ਵਾਸਤੇ ਸੱਜਣੋ ਗੁਰੂ ਨਾਨਕ ਨੇ ਸੱਚੇ ਪਾਤਸ਼ਾਹ ਇਹ ਸਿੱਖੀ ਦੀ ਪਰੰਪਰਾ, ਇਹ ਕਲਯੁਗ ਦੇ ਵਿੱਚ ਵੱਡੇ ਸਾਧੂ, ਵੱਡੇ ਤਪੱਸੀ, ਵੱਡੇ ਜੋਗੀ, ਵੱਡੇ ਸੰਨਿਆਸੀ, ਪਰ ਕਦੋਂ ਜਦੋਂ ਇਹਦੇ 'ਚ ਪ੍ਰਪੱਕ ਉਤਰ ਜਾਵਾਂਗੇ ਗੁਰੂ ਦੇ ਪਿਆਰ। ਬਸ ਇਹ ਸੰਨਿਆਸ ਹੈ ਤੁਹਾਡਾ ਸਾਧ ਸੰਗਤ 'ਚ। ਜੋਗ ਮੱਤ ਹੈ ਗੁਰੂ ਦੇ ਪਿਆਰਿਓ। ਇੰਨੀ ਦਾਸ ਬਖਸ਼ਿਸ਼ ਮੰਗਦਾ, ਆਈ ਸਾਸ ਨੂੰ ਜੀਆਂ ਆਖਦਾ, ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। हे अच्युत हे पार ब्रह्म अबनासी अगना। हे पूरन हे सर्ब में दुख भंजन गुणता। हे संगी हे
निरंकार हे निर्गुण सबटे हे गोविंद हे गुण निदान जाके सदा बभे हे अपरंपर हर हरे है पी होवनहार हे संतां कै सदा संग निधाराया हे ठाकुर हों दास रो मैं निर्गुण गुण नहीं को नानक दीजै नाम दान राखो हिय पुरो याही कुल ते प्रगट हो ताही कुल को पुन द्वादश गुरिंड को मेरी है प्रणाम।